खास करके वो करने ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਜਵੀਰ ਜੀ, ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਇਹ ਡਿਊਟੀ ਲਈ ਤੇ ਤੁਹਾਡੇ ਨਾਲ ਸ਼ਬਦ ਦੀ ਸਾਂਝ ਕੀਤੀ। ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਲਾਸਟ ਇਸ ਗੱਲ ਬਾਰੇ ਡਿਸਕਸ ਕੀਤਾ ਸੀ ਕਿ ਇਸ ਵੀਕ ਅਸੀਂ ਕੰਟੈਂਟਮੈਂਟ ਦਾ ਟੌਪਿਕ ਡਿਸਕਸ ਕਰਾਂਗੇ। ਤੇ ਉਸ ਦੇ ਲਈ ਮੈਂ ਸੁਪ੍ਰੀਤ ਵੀਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਹਿਲੇ 5-6 ਮਿੰਟ ਸਾਡੇ ਨਾਲ ਇਸ ਟੌਪਿਕ ਬਾਰੇ ਸ਼ੇਅਰ ਕਰਨ। ਬਿਫੋਰ ਹੀ ਸਟਾਰਟਸ देयर आर फ्यू रिक्वेस्ट कि कृपा करके सारे अपने माइक्स म्यूट रखन ड्यूरिंग द कॉल। प्लस जे आप जी का कोई भी क्वेश्चन होए तो आप जी मैसेज दे विच टाइप पा के सानू भेज सकते हो। ते उस तो बाद जिवें जिवें भी आफ्टर वीर जी's discussion we can take those questions। और ਅਸੀਂ ਇਸ ਵੀ ਇੱਕ ਵਾਰੀ ਖਿਮਾ ਦੇ ਜਾਚਕ ਹਾਂ ਕਿ ਜਿਵੇਂ ਮੈਨੂੰ ਪੁਸ਼ਪਿੰਦਰ ਵੀਰ ਜੀ ਨੇ ਦੱਸਿਆ ਕਿ ਕੁਝ ਲੋਕਾਂ ਕੋਲ ਟਾਈਮ 8 o'clock ਦਾ ਪਹੁੰਚਿਆ ਬਿਕੋਜ਼ ਵਨਸ ਵੀ ਸੈਟ ਅਪ ਅ ਸੈਸ਼ਨ ਐਟ ਜ਼ੂਮ ਵੀ ਕੈਨ ਨਾਟ ਚੇਂਜ ਦ ਟਾਈਮ। ਸੋ ਨੈਕਸਟ ਟਾਈਮ ਤੋਂ ਵੀ ਵਿਲ ਟਰਾਈ ਕਿ whatever time we allocate the same time is being shared with all of you। ਜੀ ਸੁਪ੍ਰੀਤ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਆਵਾਜ਼ ਆ ਰਹੀ ਹੈ ਵੀਰ ਜੀ? ਹਾਂਜੀ ਆ ਰਹੀ ਬਿਲਕੁਲ ਜੀ। ਜਿਸ ਤਰ੍ਹਾਂ ਅਸੀਂ ਪਿਛਲੀ ਕਲਾਸ ਵਿੱਚ ਗੱਲ ਕੀਤੀ ਸੀ ਤੇ ਮੈਂ ਕੁਝ ਸ਼ੇਅਰਿੰਗ ਕੀਤੀ ਸੀ ਕੰਟੈਂਟਮੈਂਟ ਬਾਰੇ। ਮੈਂ ਇੱਕ ਗੱਲ ਸਾਰਿਆਂ ਨੂੰ ਐਕਨੋਲੇਜ ਕਰਨੀ ਚਾਹਾਂਗਾ ਕਿ ਮੈਂ ਰੀਸੈਂਟਲੀ ਹੀ ਐਲਟੀ ਨਾਲ ਐਸੋਸੀਏਟ ਹੋਇਆ, ਜੁਆਇਨ ਕੀਤਾ ਹੈ ਤੇ ਮੈਨੂੰ ਫੋਨ ਆਇਆ ਪੁਸ਼ਪਿੰਦਰ ਵੀਰ ਜੀ ਦਾ ਕਿ ਤੁਸੀਂ ਕੰਟੈਂਟਮੈਂਟ ਦੀ ਬੁੱਕ ਪੜ੍ਹੀ ਏ ਤੇ ਜੇ ਤੁਹਾਨੂੰ ਕੁਝ ਇਹਦੇ ਵਿੱਚੋਂ ਤੁਸੀਂ ਹਾਸਲ ਕੀਤਾ ਹੈ ਤੇ ਤੁਸੀਂ ਜ਼ਰੂਰ ਸ਼ੇਅਰ ਕਰੋ। ਤੇ ਆਈ ਐਮ ਵੈਰੀ ਹੈਪੀ ਟੂ ਸੇ ਕਿ ਮੈਂ ਰੀਸੈਂਟਲੀ ਜੁਆਇਨ ਕੀਤਾ, ਨੋ ਮੈਟਰ ਪਹਿਲੇ ਤੋਂ ਜੁਆਇਨ ਕੀਤਾ, ਮੇਰੀ ਏਜ ਵੱਡੀ ਹੈ ਜਾਂ ਛੋਟੀ ਹੈ, ਬਟ ਮੈਨੂੰ ਇਹ ਮੌਕਾ ਦਿੱਤਾ ਜਾ ਰਿਹਾ ਹੈ ਕਿ ਮੈਂ ਸ਼ੇਅਰਿੰਗ ਕਰ ਸਕਾਂ ਕਿ ਮੈਂ ਉਸ ਤੋਂ ਕੀ ਪ੍ਰਾਪਤ ਕੀਤਾ ਹੈ। ਤੇ ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ ਕਿ ਤੁਸੀਂ ਮੈਨੂੰ ਇਹ ਮਾਣ ਬਖਸ਼ਿਆ। ਤੇ ਕੰਟੈਂਟਮੈਂਟ ਦੀ ਗੱਲ ਅੱਗੇ ਤੋਰਦੇ ਹਾਂ। ਪਹਿਲੇ ਮੈਂ ਨਾ ਲੇਜ਼ੀਨੈਸ ਨੂੰ ਵੀ ਕੰਟੈਂਟਮੈਂਟ ਹੀ ਸਮਝਦਾ ਸੀ। ਜੇ ਮੈਂ ਕੰਮ ਤੇ ਨਹੀਂ ਜਾ ਰਿਹਾ, ਮੈਂ ਘੱਟ ਕੰਮ ਕਰ ਰਿਹਾ ਵਾਂ, ਜੇ ਮੈਂ ਇਹ ਸੋਚ ਲਿਆ ਕਿ ਮੇਰੇ ਕੋਲ ਜਿੰਨਾ ਪੈਸਾ ਹੈ ਹੋਰ ਮੈਨੂੰ ਕਰਨ ਦੀ ਲੋੜ ਨਹੀਂ ਹੈ, ਬਟ ਮੈਂ ਆਪਣੀ ਐਫਰਟਸ ਕਰਨੇ ਛੋੜਤੇ, ਮੈਂ ਨਾ ਇਸ ਨੂੰ ਵੀ ਕੰਟੈਂਟਮੈਂਟ ਹੀ ਸੋਚੀ ਬੈਠਾ ਸੀ ਜਦ ਤੱਕ ਮੈਂ ਕਿਤਾਬ ਨਹੀਂ ਪੜ੍ਹੀ ਸੀ। ਪਰ ਵੀਰ ਜੀ ਨੇ ਨਾ ਇਹਦੇ ਵਿੱਚ ਇੱਕ ਬਹੁਤ ਅੱਛਾ ਕਲੂ ਦਿੱਤਾ ਮੈਨੂੰ, ਸਾਰਿਆਂ ਨੂੰ ਸਾਨੂੰ ਦਿੱਤਾ। ਉਹਦੇ ਵਿੱਚ ਲਿਖਿਆ ਹੈ, नन्हे मुन्ने बच्चे तेरी मुट्ठी में क्या है, मुट्ठी में है तकदीर हमारी। सो इट मेड मी रिमेंबर कि ऐसी बचपन तो गाना सुनते आ रहे हैं ते आवर डेस्टिनी इज इन आवर हैंड, ਜਿਹਦੇ ਤੇ ਅਸੀਂ 2 ਅਕਤੂਬਰ ਨੂੰ ਬਹੁਤ ਸੋਹਣਾ ਵੀਰ ਜੀ ਦਾ ਸੈਮੀਨਾਰ ਵੀ ਅਟੈਂਡ ਕੀਤਾ। ਵੀਰ ਜੀ ਦਾ ਇੱਕ ਸੁਭਾਅ ਹੈ ਕਿ ਵੀਰ ਜੀ ਬਹੁਤ ਮਿਹਨਤ ਕਰਕੇ ਸਾਡੇ ਲਈ ਇਹ ਟੌਪਿਕਸ ਨੂੰ ਲੈ ਕੇ ਆਉਂਦੇ ਨੇ ਜੋ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਸਾਡੇ ਵਿਚਰਦਿਆਂ ਹੋਏ ਆਉਂਦੇ ਨੇ। ਸਾਡੇ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਵੀਰ ਜੀ ਉਹਨੂੰ ਸੈਮੀਨਾਰਸ ਦੇ ਤੌਰ ਤੇ ਸਲਾਈਡਸ ਦੇ ਵਿੱਚ ਉਹਦੇ ਕੁਐਸਚਨ ਆਨਸਰ 5-5 ਘੰਟੇ ਤੱਕ ਉਹ ਵੀਰ ਜੀ ਉਸੇ ਟੌਪਿਕ ਨੂੰ ਸਾਡੇ ਸਮਝਣ ਵਾਸਤੇ ਇੰਨਾ ਐਫਰਟ ਕਰਦੇ ਨੇ ਔਰ ਇੰਨੀ ਮਿਹਨਤ ਕਰਦੇ ਨੇ। ਤੇ ਇਹ ਸੁਭਾਅ ਮੈਂ ਚਾਹਾਂਗਾ
ਮੈਂ ਸਿੱਖਣਾ ਚਾਹਾਂਗਾ ਵੀਰ ਜੀ ਤੋਂ, ਔਰ ਚਾਹਨਾ ਕਿ ਤੁਸੀਂ ਸਾਰੇ ਵੀ ਇਹ ਸੁਭਾਅ ਸਿੱਖੋ। ਔਰ ਉਸ ਤੋਂ ਬਾਅਦ ਵੀਰ ਜੀ ਸਾਨੂੰ ਇੱਕ ਬੁੱਕ ਵੀ ਦੇ ਦਿੰਦੇ ਨੇ ਉਹਦੀ ਰੈਫਰੈਂਸ ਵਾਸਤੇ। ਐਂਡ ਦ ਬੈਸਟ ਪਾਰਟ ਇਜ਼ ਕਿ YouTube ਤੇ ਹਮੇਸ਼ਾ ਇਹ ਚੀਜ਼ ਰਹਿੰਦੀ ਏ ਕਿ ਅਸੀਂ ਸੈਮੀਨਾਰਸ ਤੋਂ ਵੀ ਸਿੱਖਦੇ ਰਹੀਏ ਔਰ ਅਸੀਂ ਬੁੱਕਸ ਨੂੰ ਪੜ੍ਹ ਕੇ ਵੀ ਉਹਦੇ ਵਿੱਚੋਂ ਸਿੱਖਦੇ ਰਹੀਏ। ਉਸ ਦੇ ਵਿੱਚ ਨਾ ਜਿਸ ਤਰ੍ਹਾਂ ਡੈਸਟੀਨੀ ਬਾਰੇ ਗੱਲ ਕੀਤੀ, ਤੇ ਉਸ ਕੰਟੈਂਟਮੈਂਟ ਦੀ ਬੁੱਕ ਦੇ ਵਿੱਚ ਇੱਕ ਹੋਰ ਗੱਲ ਆਈ, ਜਿਹਾ ਬੀਜੇ ਸੋ ਲੁਣੇ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਮੈਂ ਜਿਸ ਤਰ੍ਹਾਂ ਦੇ ਕਰਮ ਕਰਾਂਗਾ, whatever I will do, I will get the result of that particular thing only। ਜਿਸ ਤਰ੍ਹਾਂ ਉਹਦੇ ਵਿੱਚ law of nature ਇੱਕ ਕਿਸਾਨ ਬਾਰੇ ਦੱਸਿਆ ਗਿਆ ਕਿ ਅਗਰ ਕਿਸਾਨ ਚਾਵਲ ਦਾ ਬੀਜ ਲਗਾਏਗਾ ਤੇ ਉਹਨੂੰ ਅਸੀਂ ਕਹਿ ਦਿਆਂਗੇ ਤੂੰ ਕੁਝ ਪਾਠ ਕਰ ਔਰ ਉਸ ਤੋਂ ਬਾਅਦ ਉਹ ਕੇਲਿਆਂ ਦਾ ਹੋ ਜਾਏਗਾ, ਜੋ ਕਿ ਰਿਲੀਜੀਅਸ ਥਾਟ ਸਾਨੂੰ ਇਸ ਤਰ੍ਹਾਂ ਦੇ ਦਿੱਤੇ ਜਾਂਦੇ ਨੇ। ਉਹਦੇ ਤੋਂ ਵੀ ਬੜਾ ਵੱਡਾ ਪਰਦਾ ਖੁੱਲਿਆ ਕਿ ਇੱਕ ਇਲਿਟਰੇਟ ਪਰਸਨ ਹੈ ਭਾਵੇਂ ਫਾਰਮਰ, ਬਟ ਉਹ ਇਸ ਚੀਜ਼ ਨੂੰ ਸਮਝਦਾ ਹੈ ਕਿ ਜੋ ਮੈਂ ਕਰ ਰਿਹਾ ਮੈਨੂੰ ਉਹਦਾ ਹੀ ਰਿਜ਼ਲਟ ਮਿਲੇਗਾ, ਜੋ ਮੈਂ ਬੋਲ ਰਿਹਾ ਮੈਨੂੰ ਉਹਦਾ ਹੀ ਰਿਜ਼ਲਟ ਮਿਲੇਗਾ। ਤੇ ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹਾਂਗਾ। ਆਈ ਐਮ 29 years old। ਮੈਂ ਪਿਛਲੇ 14 ਸਾਲਾਂ ਤੋਂ ਬਹੁਤ ਸਾਰੇ ਕਥਾਵਾਚਕਾਂ ਦੇ ਨਾਲ ਰਿਹਾ ਵਾਂ, ਬਹੁਤ ਸਾਰੇ ਕੀਰਤਨੀਆਂ ਦੇ ਨਾਲ ਮੈਂ ਕੀਰਤਨ ਤੇ ਗਿਆ ਵਾਂ, ਇੰਡੀਆ ਵਿੱਚ ਵੀ ਅਬਰੋਡ ਵੀ। ਇੱਕ ਬਹੁਤ ਅਲੱਗ ਟੌਪਿਕ ਨਾਲ ਗੁਰਬਾਣੀ ਨੂੰ ਸਟੋਰੀਜ਼ ਨਾਲ ਜੋੜ ਕੇ ਸਮਝਾਇਆ ਜਾਂਦਾ ਸੀ। ਤੇ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਦੂਧ ਪੀਓ ਗੋਬਿੰਦ ਦੇ ਰਾਏ, ਦੂਧ ਪੀਓ ਮੇਰੋ ਮਨ ਪਤਿਆਏ। ਤੇ ਉਹਦੇ ਨਾਲ ਇੱਕ ਸਟੋਰੀ ਐਸੋਸੀਏਟ ਹੈ। ਮੈਂ ਪਿਛਲੇ 14 ਸਾਲ ਤੋਂ ਇਹੀ ਸੁਣਿਆ, ਨਾਲ ਬਹਿ ਕੇ ਮੈਂ ਤਬਲਾ ਵਜਾ ਰਿਹਾ ਔਰ ਨਾਲ ਭਾਈ ਸਾਹਿਬ ਬੈਠ ਕੇ ਇਹੀ ਬੋਲੇ ਨੇ ਕਿ ਨਾਮਦੇਵ ਨਾ ਜਾ ਕੇ ਠਾਕਰਾਂ ਨੂੰ ਦੁੱਧ ਪਿਆਉਂਦੇ ਨੇ। ਤੇ ਉਸ ਸਟੋਰੀ ਨੂੰ ਮੈਂ ਐਲੋਬਰੇਟ ਕਰਨਾ ਇੰਪੋਰਟੈਂਟ ਨਹੀਂ ਸਮਝਦਾ, ਜੋ ਇੰਪੋਰਟੈਂਟ ਹੈ ਸਮਝਦਾ ਵਾਂ ਕਿ ਵੀਰ ਜੀ ਨੇ ਦੱਸਿਆ ਕਿ ਉਹ ਦੁੱਧ ਕਿਹੜਾ ਹੈ। ਉਹ ਗੁਰੂ ਦੀ ਵਿਜ਼ਡਮ ਦਾ ਟਰੂਥ ਹੈ ਜੋ ਮੈਂ ਪੀਣਾ ਹੈ। ਤੇ ਵੀਰ ਜੀ ਨੇ ਇੱਕ ਹੋਰ ਬਹੁਤ ਅੱਛਾ ਉਹਦੇ ਵਿੱਚ ਸ਼ੇਅਰਿੰਗ ਕੀਤੀ, ਕੰਧ ਕੁਹਾੜਾ ਸਿਰ ਕੜਾ ਵਣ ਕੈਸਰ ਲੋਹਾਰ। ਕੈਸਰ ਇੱਕ ਨਾ ਰੋਮ ਦਾ ਰਾਜਾ ਸੀ, ਉਸਦੀ ਮਦਰ ਦੀ ਡੈਥ ਹੋ ਗਈ। ਉਸਦੇ ਬਰਥ ਤੋਂ ਬਾਅਦ ਬਿਮਾਰ ਰਹਿੰਦਾ ਸੀ ਤੇ ਉਹਦੇ ਬਿਮਾਰ ਰਹਿਣ ਤੋਂ ਬਾਅਦ ਉਹਦੀ ਮਦਰ ਦੇ ਬਿਮਾਰ ਰਹਿਣ ਤੋਂ ਬਾਅਦ ਉਹਦੀ ਡੈਥ ਹੋ ਗਈ ਮਦਰ ਦੀ। ਤੇ ਉਸ ਬੱਚੇ ਨੂੰ ਨਾ ਵਿਜ਼ਡਮ ਵਾਰਮਥ ਮਿਲਕ ਨਹੀਂ ਮਿਲਿਆ ਮਾਂ ਦਾ। ਤੇ ਵੀਰ ਜੀ ਨੇ ਨੈਕਸਟ ਉਹਦੇ ਨਾਲ ਹੀ ਉਸ ਇਸ ਤੇ ਐਡ ਕਰਤਾ ਕਿ ਦੂਧ ਪੀਓ ਗੋਬਿੰਦ ਦੇ ਰਾਏ। ਤੇ ਕਿਹੜਾ ਵਿਜ਼ਡਮ ਉਹਦੀ ਮਾਂ ਨਹੀਂ ਸਿਖਾ ਸਕਦੀ ਸੀ ਉਹਨੂੰ ਜਦੋਂ ਉਹਦੀ ਮਾਂ ਨਹੀਂ ਰਹੀ। ਐਸੀ ਤਰ੍ਹਾਂ ਸਾਡੇ ਅੰਦਰ ਜੋ ਕੰਟੈਂਟਮੈਂਟ, ਜੋ ਵਿਜ਼ਡਮ ਸਾਨੂੰ ਗੁਰਬਾਣੀ ਸਿਖਾ ਰਹੀ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਪੂਰਾ ਕਲੀਅਰ ਕਰਤਾ ਕਿ ਜੋ ਨਾਮਦੇਵ ਜੀ ਇੱਧਰ ਦੁੱਧ ਬਾਰੇ ਗੱਲ ਕਰ ਰਹੇ ਨੇ, ਉਹ ਦੁੱਧ ਵਿਜ਼ਡਮ ਦਾ ਹੈਗਾ। ਉਹ ਸੋ ਕਾਲਡ ਠਾਕੁਰਾਂ ਨੂੰ ਪਿਲਾਉਣ ਵਾਲਾ ਦੁੱਧ ਨਹੀਂ ਹੈ, ਉਹ ਮੇਰੇ ਮਨ ਨੂੰ ਪਿਆਉਣ ਵਾਲੀ ਗੁਰੂ ਦੀ ਮੱਤ ਹੈ। ਉਸ ਤੋਂ ਬਾਅਦ ਜਦ ਮੈਂ ਇਸ ਚੀਜ਼ ਨੂੰ ਸਮਝਿਆ ਵਾਂ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰ ਰਿਹਾ, ਇਨਫੈਕਟ ਮੈਂ ਰეკਮੈਂਡ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਉਹ ਵਾਲਾ ਸੈਮੀਨਾਰ ਜ਼ਰੂਰ ਸੁਣੋ ਕੰਟੈਂਟਮੈਂਟ ਦਾ। ਕੰਟੈਂਟਮੈਂਟ ਦੀ ਬੁੱਕ ਵੀ ਜ਼ਰੂਰ ਪੜ੍ਹੋ। ਇਸ ਬੁੱਕ ਦੇ ਵਿੱਚ ਬਾ ਕਮਾਲ ਚੀਜ਼ਾਂ ਨੇ ਕਿ ਜੋ ਮੈਂ ਗੁਰਬਾਣੀ ਤੋਂ ਸਿੱਖ ਸਕਦਾ, ਜੋ ਮੈਂ ਹੁਣ ਤੱਕ ਬੜੀ ਗਲਤ ਚੀਜ਼ਾਂ ਸਮਝੀ ਬੈਠਾ ਸੀ ਆਪਣੇ ਜੀਵਨ ਵਿੱਚ। ਉਹਦੇ ਵਿੱਚ ਕਹਿੰਦੇ ਨੇ ਫਰੀਦਾ ਹੋ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ। ਮੈਂ ਨਾ ਖੁਸ਼ੀ ਸਮਝਦਾ ਸੀ ਕਿ ਮੈਂ ਇਹ ਚੀਜ਼ ਮਿਲ ਜਾਏਗੀ, ਇਫ ਆਈ ਗੋ ਫॉर ਦਿਸ ਥਿੰਗ, ਮੈਨੂੰ ਇਹ ਚੀਜ਼ ਮਿਲ ਜਾਏਗੀ। ਤੇ ਉਹ ਤੇ ਕਹਿੰਦੇ ਨੇ ਜੇ ਤੂੰ ਇਹਦੇ ਪਿੱਛੇ ਜਾਏਗਾ ਤੂੰ ਫਾਇਰ ਨੂੰ ਹੋਰ ਆਪਣੇ ਅੰਦਰ ਇਗਨਾਈਟ ਕਰ ਰਿਹਾ। ਤੇ ਵੀਰ ਜੀ ਨੂੰ ਮੈਂ ਛੋਟੀ ਜਿਹੀ ਬੇਨਤੀ ਕਰਨੀ ਚਾਹਾਂਗਾ, ਵੀਰ ਜੀ ਤੁਸੀਂ ਇਹਦੇ ਵਿੱਚ ਸ਼ੇਅਰਿੰਗ ਅੱਗੇ ਦੀ ਕਰੋ। ਤੁਸੀਂ ਸਾਨੂੰ ਇਹ ਸਮਝਾਓ ਕਿ ਇਹ ਜੋ ਕਰੋਨਾ ਵਾਇਰਸ ਦਾ ਟਾਈਮ ਚੱਲ ਰਿਹਾ ਵੇ, ਇਸ ਦੇ ਵਿੱਚ ਅਸੀਂ ਕੰਟੈਂਟਮੈਂਟ ਨੂੰ ਕਿਸ ਤਰ੍ਹਾਂ ਆਪਣੇ ਅੰਦਰ ਯੂਜ਼ ਕਰ ਸਕਦੇ ਹਾਂ ਔਰ ਕੰਟੈਂਟਮੈਂਟ ਦੇ ਵਿਊ ਤੋਂ ਆਪਣੇ ਆਪ ਨੂੰ ਤੇ ਰੱਖ ਕੇ ਦੂਜਿਆਂ ਨੂੰ ਵੀ ਕਿਸ ਤਰ੍ਹਾਂ ਦੇਖ ਸਕਦੇ ਹਾਂ। ਇਹ ਮੈਂ ਵੀਰ ਜੀ ਰਿਕੁਐਸਟ ਕਰਨੀ ਚਾਹਾਂਗਾ ਤੁਹਾਨੂੰ। ਔਰ ਜੋ ਰਿਕੁਐਸਟ ਹੋਰ ਐਡ ਆਨ ਕਰਨਾ ਚਾਹਾਂਗਾ ਕਿ ਕੁਐਸਚਨ ਆਨਸਰਸ ਦਾ ਟਾਈਮ ਜ਼ਰੂਰ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸੱਜਣ ਸਾਡੇ ਨਾਲ ਹੁਣੇ ਥੋੜੀ ਦੇਰ ਪਹਿਲਾਂ ਜੁੜੇ ਨੇ, ਅਸੀਂ ਉਹਨਾਂ ਦੇ ਇੱਕ ਵਾਰੀ ਫੇਰ ਧੰਨਵਾਦੀ ਹਾਂ। ਮੈਂ ਸੁਪ੍ਰੀਤ ਵੀਰ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇੰਨਾ ਕੀਮਤੀ ਜੋ ਸਾਡੇ ਨਾਲ ਇਹ ਮੈਸੇਜ ਸ਼ੇਅਰ ਕੀਤਾ ਹੈ।
ਤੇ ਸਾਡੇ ਨਾਲ ਡਿਫਰੈਂਟ ਜਗ੍ਹਾਵਾਂ ਤੋਂ ਵਿਦ ਇਨ ਇੰਡੀਆ, ਆਊਟਸਾਈਡ ਇੰਡੀਆ, ਬੈਂਕਾਕ ਤੋਂ, ਅਮਰੀਕਾ ਤੋਂ, ਸਭ ਜਗ੍ਹਾ ਤੋਂ ਸੰਗਤਾਂ ਜੁੜ ਰਹੀਆਂ ਨੇ। ਅਸੀਂ ਸਭ ਦੇ ਬਹੁਤ ਧੰਨਵਾਦੀ ਹਾਂ। ਤੇ ਜੋਗੀ ਵੀਰ ਜੀ ਵੀ ਅਮਰੀਕਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੇਕਰ ਉਹ ਹੁਣੇ ਕੁਝ ਸਾਂਝ ਕਰਨਾ ਚਾਹਣ ਤਾਂ ਉਹ ਕਰ ਸਕਦੇ ਨੇ। ਤੇ ਮੈਂ ਹੁਣ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸੁਪ੍ਰੀਤ ਜੀ ਦਾ ਜਿਹੜਾ ਕੁਐਸਚਨ ਹੈ ਉਸ ਬਾਰੇ ਗੱਲ ਕਰਨ ਤੇ ਆਪਣੀ ਅੱਜ ਦੀ ਸ਼ੇਅਰਿੰਗ ਜਿਹੜੀ ਹੈ ਕੰਟੈਂਟਮੈਂਟ ਬਾਰੇ ਸਾਡੇ ਸਭ ਨਾਲ ਸ਼ੇਅਰ ਕਰਨ। ਜੀ ਵੀਰ ਜੀ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਬਜੈਕਟ ਅੱਜ ਕੰਟੈਂਟਮੈਂਟ ਲਿਆ ਗਿਆ ਹੈ, ਇਹ ਸਬਜੈਕਟ ਪਿਛਲੀ ਵਾਰੀ ਸੁਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਉਹਨੇ ਸ਼ੇਅਰਿੰਗ ਕੀਤੀ ਹੈ, ਇਹ ਡਾਕਟਰ ਸੁਪ੍ਰੀਤ ਸਿੰਘ ਜੀ ਨੇ ਹੀ ਇਸ ਨੂੰ ਛੇੜਿਆ, ਕਿਉਂਕਿ ਇਹਨਾਂ ਨੇ ਤਾਜ਼ੀ ਸਾਡੀ ਉਹ ਪੁਸਤਕ ਪੜ੍ਹੀ ਸੀ ਜਿਹਦਾ ਨਾਮ ਸੰਤੋਖ ਹੈ। ਤੇ ਕਾਫੀ ਕੁਝ ਅਸੀਂ ਸੰਤੋਖ ਬਾਰੇ ਡਿਸਕਸ ਕਰ ਚੁੱਕੇ ਹਾਂ ਔਰ ਆਪਣੇ ਪ੍ਰੋਗਰਾਮਾਂ 'ਚ ਕਰਦੇ ਰਹਿੰਦੇ ਹਾਂ। ਜਿਹੜਾ ਸੰਤੋਖ ਸਾਡੇ ਜੀਵਨ ਦਾ ਇੱਕ ਬਹੁਤ ਕੀਮਤੀ, ਇੱਕ ਵੈਰੀ ਵੈਲਿਊਏਬਲ ਔਰ ਬੜਾ ਇੰਪੋਰਟੈਂਟ ਇੱਕ ਫੈਕਟਰ ਹੈ। ਸਾਡੇ ਕਰੈਕਟਰ ਦੀ ਫਾਊਂਡੇਸ਼ਨ ਦਾ ਬਹੁਤ ਕੀਮਤੀ ਅੰਗ ਹੈ। ਜੇ ਅਸੀਂ ਇਸ ਨੂੰ ਸਿੱਖ ਜਾਈਏ, ਜੇ ਇਹਦੇ ਬਾਰੇ ਸਮਝਦੇ ਜਾਈਏ, ਡੇ ਬਾਈ ਡੇ ਅਸੀਂ ਉਹਦੀ ਕੁਆਂਟੀਟੀ ਇਨਕਰੀਜ਼ ਕਰਦੇ ਜਾਈਏ ਸੰਤੋਖੀ ਹੋਣ ਦੀ, ਤਾਂ ਸਾਡਾ ਬੜਾ ਬੈਨੀਫਿਟ ਹੋ ਸਕਦਾ ਹੈ। ਸੋ ਸੁਪ੍ਰੀਤ ਜੀ, ਤੁਸੀਂ ਇਸ ਨੂੰ ਪੜ੍ਹਿਆ, ਮੈਂ ਤੁਹਾਡਾ ਧੰਨਵਾਦੀ ਹਾਂ। ਔਰ ਤੁਸੀਂ ਇਹਦੇ ਚੋਂ ਕੀ ਕੁਝ ਗ੍ਰਾਸਪ ਕੀਤਾ, ਉਹਦੇ ਚੋਂ ਤੁਸੀਂ ਉਹਨੇ ਇੱਕ ਗੱਲ ਕਹੀ ਕਿ ਬਈ ਤੁਸੀਂ ਲਿਥਾਰਜਿਕ ਹੋਣ ਨੂੰ, ਢਿੱਲੜਪਨ ਨੂੰ ਹੀ ਸੰਤੋਖ ਸਮਝਦੇ ਸੀ। ਸੋ ਇਸ ਪੁਸਤਕ ਜੇ ਤੁਹਾਨੂੰ ਕੋਈ ਸੰਤੋਖ ਦਾ ਪੁਆਇੰਟ ਹੈ ਤੇ ਮੈਂ ਤੁਹਾਡੀ ਸਿੰਸੀਅਰ ਜਿਹੜੀ ਰੀਡਿੰਗ ਔਰ ਲਿਸਨਿੰਗ ਹੈ ਉਹਨੂੰ ਮੈਂ ਦਾਤ ਦਿੰਦਾ। ਪਰ ਮੈਂ ਹੁਣ ਤੁਹਾਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਸੰਤੋਖ ਉੱਥੇ ਜਿਹੜਾ 5 ਘੰਟੇ ਦਾ ਸੈਮੀਨਾਰ ਕੀਤਾ ਗਿਆ ਸੀ ਨਾ, ਸੁਪ੍ਰੀਤ ਜੀ ਤੁਸੀਂ ਤੇ ਸਾਰੇ ਜਿਹੜੇ ਵੀ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ, ਉਹ ਸਾਰੇ ਉਸਨੂੰ ਡਿਟੇਲ ਵਿੱਚ ਵੀ ਸੁਣਨ। ਤੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅੱਜ ਹੁਣ ਇਸ ਕਰੋਨਾ ਵਾਇਰਸ ਦੇ ਇਸ ਸਿਚੁਏਸ਼ਨ ਵਿੱਚ ਅਸੀਂ ਕੰਟੈਂਟਮੈਂਟ, ਸੰਤੋਖ ਦੇ ਬਾਰੇ ਕੁਝ ਸਾਂਝ ਕਰੀਏ, ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਾਨੂੰ ਸਭ ਨੂੰ ਪਤਾ ਨਹੀਂ ਸੀ ਕਿ ਕਰੋਨਾ ਵਾਇਰਸ ਆ ਜਾਏਗਾ, ਔਰ ਸਾਡੇ ਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਜਾਏਗਾ ਕਿ ਨਹੀਂ ਜਾਏਗਾ। ਬਟ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਬਜੈਕਟ ਟੂ ਕਰੋਨਾ ਵਾਇਰਸ ਸੰਤੋਖ ਨਹੀਂ ਸਿੱਖਣਾ। ਹਾਂ, ਇਹ ਮੈਂ ਕਹਿ ਸਕਦਾ ਕਿ ਜੇ ਹੁਣ ਕਰੋਨਾ ਵਾਇਰਸ ਤੋਂ ਬਾਅਦ ਸਾਰੀ ਦੁਨੀਆ ਬਦਲ ਜਾਏਗੀ, ਸਾਡਾ ਸੋਚਣੀ ਢੰਗ, ਸਾਡੇ ਉੱਠਣ ਬੈਠਣ ਦਾ ਢੰਗ, ਸਾਡੇ ਸਮਾਜ ਦਾ ਸਿਸਟਮ, ਪੂਰੀ ਦੁਨੀਆ ਵਿੱਚ ਅਸੀਂ ਸਾਨੂੰ ਆਪਣਾ ਜੀਵਨ ਬਦਲਣਾ ਪਏਗਾ, ਤਾਂ ਮੈਨੂੰ ਲੱਗਦਾ ਹੈ ਕਿ ਇਹ ਬੜਾ ਹਾਈ ਟਾਈਮ ਆ ਗਿਆ ਕਿ ਹੁਣ ਸਾਨੂੰ ਸੰਤੋਖ ਜ਼ਰੂਰ ਪ੍ਰੈਕਟਿਸ ਕਰਨਾ ਚਾਹੀਦਾ ਹੈ। ਸੋ ਸੁਪ੍ਰੀਤ ਜੀ, ਤੁਸੀਂ ਹਾਲਾਤ ਦੇ ਮੁਤਾਬਕ ਕਰੋਨਾ ਸਬਜੈਕਟ ਤਾਂ ਛੇੜ ਦਿੱਤਾ ਹੈ, ਪਰ ਮੈਂ ਇਹ ਸਮਝਦਾ ਕਿ ਕਰੋਨਾ ਨਾ ਵੀ ਹੁੰਦਾ ਤਾਂ ਵੀ ਸਾਨੂੰ ਸੰਤੋਖ ਸਿੱਖਣਾ ਚਾਹੀਦਾ ਹੈ। ਉਹ ਤਾਂ ਸਮਾਂ ਲੰਘ ਗਿਆ, ਲੇਕਿਨ ਜੇ ਹੁਣ ਅਸੀਂ ਆਉਣ ਵਾਲੀ ਜਨਰੇਸ਼ਨਸ, ਸਾਡੇ ਪ੍ਰੈਜ਼ੈਂਟ ਵਿੱਚ ਜਿਹੜੇ ਇਨਸਾਨ ਮੌਜੂਦ ਹਨ ਅਤੇ ਸਾਡੀ ਜਿਹੜੀ ਨੌਜਵਾਨ ਪਨੀਰੀ ਹੈ, ਇਹਨਾਂ ਸਕੂਲ ਕਾਲਜ ਤੋਂ ਲੈ ਕੇ ਵੱਡੇ ਹੋਣ ਤੱਕ, ਔਰ ਅਸੀਂ ਸਾਰੇ ਵੱਡੇ ਸੰਤੋਖ, that means ਕੰਟੈਂਟਮੈਂਟ ਜਿਤਨਾ ਸਿੱਖਾਂਗੇ ਨਾ, ਉਤਨਾ ਅਸੀਂ ਇਸ ਕਰੋਨਾ ਦੀ ਔਡ ਸਿਚੁਏਸ਼ਨ ਵਿੱਚ ਮੈਕਸਿਮਮ ਇਨਸਾਨੀਅਤ ਨੂੰ ਜੀ ਪਾਵਾਂਗੇ। ਸੋ ਇਹ ਸੰਤੋਖ
ਨੂੰ ਅਸੀਂ ਕੰਟੈਂਟਮੈਂਟ ਨੂੰ ਅਸੀਂ ਨਾ ਰੱਬੀ ਗੁਣ ਕਹਿੰਦੇ ਆ, ਗॉड ਲਾਈਕ ਕੁਆਲਿਟੀਜ਼ ਕਹਿੰਦੇ। ਗॉड ਲਾਈਕ ਕੁਆਲਿਟੀਜ਼ ਵਿੱਚ ਸੰਤੋਖ ਹੁੰਦਾ ਹੈ, ਕੰਟੈਂਟਮੈਂਟ, ਸਬਰ ਹੁੰਦਾ ਹੈ, ਪੇਸ਼ੈਂਸ। ਇਸ ਤਰ੍ਹਾਂ ਜਿਹੜੇ ਬੰਦੇ ਨੂੰ ਸੰਤੋਖ ਸਮਝ ਆਉਂਦਾ ਜਾਂਦਾ ਨਾ, ਉਹਦਾ ਸਬਰ ਵੀ ਵੱਧਦਾ ਜਾਂਦਾ ਹੈ, ਉਹਦੀ ਪੇਸ਼ੈਂਸ ਵੀ ਵੱਧਦੀ ਜਾਂਦੀ ਹੈ। ਇਹ ਦੋਨੋਂ ਨਾ ਇੰਟਰਲਿੰਕਡ ਨੇ। ਅੱਛਾ, ਜੇ ਮੇਰੇ ਚ ਪੇਸ਼ੈਂਸ ਨਹੀਂ ਹੈ ਤਾਂ ਮਾਨੋ ਮੈਂ ਸੰਤੋਖ ਵੀ ਨਹੀਂ ਕਮਾਇਆ। ਤੇ ਉਹਦੀ ਅਸੀਂ ਕੋਈ ਸਿੰਪਟਮ ਬਣਾਉਂਦੇ ਹਾਂ, ਸਿੰਪਟਮ ਬਣਾਉਂਦੇ ਆ ਕਿ ਜੇ ਮੇਰੇ ਚ ਸਬਰ ਨਹੀਂ ਹੈ, ਜੇ ਮੇਰੇ ਚ ਟੋਲਰੈਂਸ ਨਹੀਂ ਹੈ, ਤਾਂ ਮਾਨੋ ਮੈਂ ਸਟੇਬਲ ਨਹੀਂ ਹਾਂ, ਮੇਰੀ ਸਟੇਬਿਲਿਟੀ ਨਹੀਂ ਹੈ, ਮੇਰਾ ਜਿਹੜਾ ਸੁਭਾਅ ਹੈ, ਮੇਰੀ ਜਿਹੜੀ ਨੇਚਰ ਹੈ, ਉਹ ਇੰਜ ਡੱਕੇ ਡੋਲੇ ਖਾਂਦੀ ਹੈ, ਇੰਬੈਲੈਂਸਡ ਰਹਿੰਦੀ ਹੈ। ਕਦੇ ਤੁਸੀਂ ਮੈਨੂੰ ਹੱਸਦਾ ਦੇਖੋ, ਕਦੇ ਮੈਨੂੰ ਰੋਂਦਾ ਦੇਖੋ, ਕਦੇ ਕਿਸੇ ਨਾਲ ਗੁੱਸਾ ਕਰਦੇ ਦੇਖੋ, ਕਦੇ ਕਿਸੇ ਨਾਲ ਪਿਆਰ ਕਰਦੇ ਦੇਖੋ, ਕਦੇ ਕਿਸੇ ਦੇ ਨਾਲ ਨਾਰਾਜ਼ ਹੋ ਕੇ ਉਹਦੇ ਨਾਲ ਬਦਲਾ ਲੈਣ ਦੀ ਭਾਵਨਾ ਦੇਖੋ। ਇਸ ਤਰ੍ਹਾਂ ਤੇ ਫਿਰ ਮੈਂ ਦਿਨ ਰਾਤ ਡੱਕੇ ਡੋਲੇ ਖਾਣ ਵਾਲੀ ਪਰਸਨੈਲਿਟੀ ਹਾਂ ਨਾ, ਮੈਂ ਸਟੇਬਲ ਨਹੀਂ ਹਾਂ। ਸੋ ਇਹਦਾ ਮਤਲਬ ਕਿ ਸੰਤੋਖ जितना ਵਧੇਗਾ उतनी पेशेंस ਵਧਦੀ जाएगी। पेशेंस नहीं तो स्टेबिलिटी नहीं। जे स्टेबिलिटी आ गई तो मानो संतोख है। सुप्रीत जी की है सिंपल इक्वेशन बन रही है? अमन जी? हाँ जी वीर जी। अच्छा, मैं अपने वालों ना ट्राई कर रहा कि हर एज ग्रुप इसनों अपने नाल रिलेट कर सके। असी पर एक खैर वो सेमिनार आस्तिक नास्तिक बारे सी, तो उहदे च असी शब्द पढ़िया सी, तै नर क्या पुराण सुन कीना। अन पावनी भगत नहीं उपजी, भूखे दान ना दीना। ਇਹਦਾ मतलब की होया, ओए मेरे मन तू धार्मिक ग्रंथ ते बड़े पढ़दा है, धार्मिक गल्लां भी बड़ियां करदा है, अपने आप नू तू शो ऑफ भी पोर्ट्रे भी यही करदा, मैं बड़ा धर्मी हाँ। तै नर क्या पुराण सुन कीना, तू कीता की है? हुण कहंदे अनपावनी भगत नहीं उपजी। अनपावनी भगत दा मतलब हुंदा है स्टेबल अवस्था ते तेरी पैदा ही नहीं हुई। एदा मतलब यह निकल रहा है कि जो दुनिया विच इंसान धर्म दे मार्ग ते टुरना शुरू करता है ना, वो संत का मार्ग धर्म की पौड़ी विच, संत का मार्ग का मतलब होता है कि वो रब दे चंगे चंगे आइडियल्स वाले गुणा की प्रैक्टिस करता है। और उन्हां चों एक कीमती गुण यह भी है कि वो कंटेंटेड होता है, और इस तो भी ज्यादा मजा ये आ जाता है कि वो स्टेबल होता है, उसकी पर्सनैलिटी स्टेबल होती है। वो निक्की निक्की गल ते इज्जत बेइज्जती नहीं करता, वो निक्की निक्की गल ते सैल्फ सेंटर्ड होके अपने आप नू सारी यूनिवर्स सेंटर बना के हर गल नू अपने ते नहीं लै लैंदा। वो किसी दी कई नू सोचदा शायद मेरी बेइज्जती कर दी, मैनू सुनिया नहीं, मैनू पुछया नहीं, मेरी परवाह नहीं की, मेरी इज्जत नहीं की। उन्होंने इज्जत बेइज्जती दा पै जांदा है जिहड़ा बंदा धर्म दी गल नू ना समझे। पर जिहड़ा धर्म पढ़े उस तो बाद अनपावनी भगत नहीं उपजी। जे धर्म पढ़न तो बाद, धर्म धार्मिक स्थान ते भी जाण तो बाद
ਧਾਰਮਿਕ ਕਰਮਕਾਂਡ ਕਰਨ ਤੋਂ ਬਾਅਦ ਧਾਰਮਿਕ ਅਦਾਰੇ ਵਿੱਚ ਆਪਣੇ ਸੋ ਕਾਡ ਰੱਬ ਦਾ ਨਾਮ ਵੀ ਲੈ ਲਿਆ, ਉਹਦਾ ਬਾਹਰਲਾ ਭੇਖ ਵੀ ਬਣਾ ਲਿਆ, ਤੀਰਥਾਂ ਤੇ ਵੀ ਹੋਇਆ। ਲੇਕਿਨ ਜੇ ਸਟੇਬਿਲਿਟੀ ਨਹੀਂ ਆਈ, ਸਟੇਬਿਲਿਟੀ ਵਾਸਤੇ ਕਹਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ। ਥਿਰ ਤੇ ਹੋਇਆ ਹੀ ਨਹੀਂ ਤੂੰ, ਅੰਦਰੋਂ ਤੇਰਾ ਮਨ ਸ਼ੋਰ ਪਾਉਂਦਾ ਰਹਿੰਦਾ ਹੈ, ਬਾਹਰੋਂ ਤੂੰ ਡਿਸਟਰਬ ਰਹਿੰਦਾ ਹੈ। ਸੋ ਕੰਟੈਂਟਮੈਂਟ ਨਾ ਜਿਹੜੀ ਉਹਦੀ ਮਨ ਦੀ ਅਵਸਥਾ ਉਸ ਨੂੰ ਸਟੇਬਲ ਕਰਦੀ ਹੈ। ਕੰਟੈਂਟਮੈਂਟ ਬਾਹਰਲੇ ਕੱਪੜੇ, ਬਾਹਰਲਾ ਪੈਸਾ, ਬਾਹਰਲੀ ਤੁਹਾਡੀ ਕੀ ਸਥਿਤੀ ਹੈ ਉਹਦੇ ਤੇ ਡਿਪੈਂਡੈਂਟ ਨਹੀਂ ਹੈ। ਅਮੀਰ ਵੀ ਕੰਟੈਂਟਡ ਹੋ ਸਕਦਾ ਹੈ, ਸੋ ਕਾਰਡ ਦੁਨੀਆ ਚ ਜਿਨ੍ਹਾਂ ਨੇ ਜਿਸ ਦਾ ਨਾ ਗਰੀਬ ਜਾਂ ਅਮੀਰ ਰੱਖ ਲਿਆ, ਉਹ ਸਾਰੇ ਕੰਟੈਂਟਡ ਹੋ ਸਕਦੇ, ਕਿਸੇ ਵੀ ਏਜ ਵਿੱਚ ਅਸੀਂ ਹੋ ਸਕਦੇ ਹਾਂ। ਸੋ ਅਨਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ। ਹੁਣ ਰਸਤਾ ਹੈਲੋ, ਹੁਣ ਪੁੱਛਿਆ ਵੇ ਕਿ ਤੂੰ ਸਟੇਬਲ ਨਹੀਂ ਹੈ, ਤੇ ਹੁਣ ਸਟੇਬਿਲਿਟੀ ਦਾ ਕਲੂ ਦੇ ਰਹੇ ਨੇ, ਸੋਲੂਸ਼ਨ ਸਮਝਾ ਰਹੇ ਨੇ। ਤੂੰ ਤਾਂ ਸਟੇਬਲ ਨਹੀਂ ਹੈ, ਭੁੱਖੇ ਦਾਨ ਨਾ ਦੀਨਾ। ਭੁੱਖੇ ਦਾਨ ਨਾ ਦੀਨਾ ਦਾ ਕੀ ਮਤਲਬ ਹੁੰਦਾ ਹੈ? ਮਨ ਭੁੱਖੇ ਨੂੰ ਤੂੰ ਸਮਝਾਇਆ ਹੀ ਨਹੀਂ, ਮਨ ਭੁੱਖੇ ਨੂੰ ਤੂੰ ਵਿਜ਼ਡਮ ਦਾ ਦਾਨ ਦਿੱਤਾ ਹੀ ਨਹੀਂ। ਜਿਹਦਾ ਮਨ ਨਹੀਂ ਨਾ ਰੱਜਿਆ ਹੋਇਆ, ਮਨ ਦੀ ਗੱਲ ਚੱਲ ਰਹੀ ਹੈ, ਨੀਅਤ ਦੀ ਗੱਲ ਚੱਲ ਰਹੀ ਹੈ। ਜਿਨ੍ਹਾਂ ਦੀ ਨੀਅਤ ਨਹੀਂ ਨਾ ਰੱਜੀ, ਜਿਨ੍ਹਾਂ ਦਾ ਮਨ ਨਹੀਂ ਨਾ ਰੱਜਿਆ, ਉਹਨਾਂ ਨੂੰ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ। ਸੋ ਇਹਦਾ ਮਤਲਬ ਇਹ ਹੋਇਆ ਕਿ ਆਪਣੇ ਮਨ ਨੂੰ ਵਿਜ਼ਡਮ ਦਾ ਰਿਜ਼ਕ ਦੇਣਾ ਹੈ। ਮਨ ਇੱਕ ਵਾਰੀ ਰੱਜ ਗਿਆ ਨਾ, ਠੀਕ ਹੈ। ਅੱਛਾ, ਅਸੀਂ ਨਾ ਇੱਕ ਆਸਾ ਕੀ ਵਾਰ ਵਿੱਚ ਇੱਕ ਉਹ ਪੜ੍ਹਦੇ ਹਾਂ। ਅਮਨ ਜੀ ਤੁਸੀਂ? ਜੀ ਵੀਰ ਜੀ। ਹੈਲੋ ਜੀ ਵੀਰ ਜੀ। ਜੀ ਵੀਰ ਜੀ, ਹੈਲੋ। ਅਮਨ ਜੀ। ਜੀ ਵੀਰ ਜੀ। ਤੁਸੀਂ ਜਾਂ ਸਤਬੀਰ ਇਸ ਵੇਲੇ ਸੁਪ੍ਰੀਤ ਜੀ ਨੇ ਇਹ ਗੱਲ ਛੇੜੀ ਹੈ ਨਾ ਜੀ, ਤੁਸੀਂ ਜਾਂ ਸੁਪ੍ਰੀਤ ਜੀ ਮੇਰੇ ਨਾਲ ਯੈਸ ਔਰ ਨੋ ਤੇ ਕਰਦੇ ਜਾਓ ਨਾ। ਅਸੀਂ ਕਨਵਰਸੇਸ਼ਨ ਕਰ ਰਹੇ ਹਾਂ, ਮੈਂ ਲੈਕਚਰ ਨਹੀਂ ਦੇ ਰਿਹਾ। ਜੀ ਵੀਰ ਜੀ, ਰਾਈਟ। ਇਹਨੂੰ ਅਸੀਂ ਜਿੰਨਾ ਕਨਵਰਸੇਸ਼ਨਲ ਬਣਾਵਾਂਗੇ ਨਾ, ਲਿਵਿੰਗ ਟ੍ਰੈਜਰੀ ਚਾਹੀ ਤਾਂ ਸਵਾਦ ਹੈ ਕਿ ਅਸੀਂ ਜ਼ਿਆਦਾ ਉਹਨੂੰ ਕਨਵਰਸੇਸ਼ਨਲ ਬਣਾਉਂਦੇ ਹਾਂ। ਪਲੇਟਫਾਰਮ ਨੂੰ ਤਿਆਰ ਕੀਤਾ ਹੈ ਕਿ ਰਾਊਂਡ ਟੇਬਲ ਡਿਸਕਸ਼ਨ ਵਾਂਗੂ ਆਪਣੇ ਵਿਚਾਰ ਸਾਂਝ ਕਰ ਸਕਦੇ ਹਾਂ। ਤੁਸੀਂ ਨਾਲ ਮੇਰੇ ਕਮ ਸੇ ਕਮ ਹੁੰਗਾਰਾ ਤੇ ਭਰੋ ਨਾ, ਨਾਲ ਯੈਸ ਯੈਸ ਕਰਦੇ ਜਾਓ ਕੁਝ, ਜਾਂ ਨੋ ਕਰ ਦਿਓ, ਜਾਂ ਆਪਣੇ ਵੱਲੋਂ ਉਹਨੂੰ ਰਿਜੈਕਟ ਕਰੋ। ਰਾਈਟ ਜੀ ਵੀਰ ਜੀ। ਪ੍ਰੈਜ਼ੈਂਟ ਤੁਹਾਨੂੰ ਅਮਨ ਜੀ ਮੈਂ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਆਪਣਾ ਤੇ ਸੁਪ੍ਰੀਤ ਜੀ ਦਾ ਮਾਈਕ ਔਨ ਰੱਖੋ। ਇਹਨੂੰ ਇੰਟਰੈਕਟਿਵ ਸੈਸ਼ਨ ਬਣਾਓ ਨਾ ਪਲੀਜ਼। ਠੀਕ ਹੈ ਜੀ। ਠੀਕ ਹੈ ਜੀ ਵੀਰ ਜੀ। ਸੋ ਅਸੀਂ ਨਾ ਆਸਾ ਕੀ ਵਾਰੀ ਸੁਣਦਿਆ, ਸਤਿਆਂ ਮਨ ਸੰਤੋਖ ਉਪਜੈ ਦੀਣੈ ਕੈ ਵਿਚਾਰ। ਰਾਈਟ। ਜਿਹਦਾ ਮਨ ਰੱਜਿਆ ਹੋਇਆ ਹੈ ਨਾ, ਉਹ ਬਾਹਰ ਵੀ ਵੰਡਣਾ ਚਾਹੇਗਾ। ਵੀਰ ਜੀ, ਪਰ ਜਿਹਦਾ ਮਨ ਨਹੀਂ ਰੱਜਿਆ, Viji, sorry, I have to interrupt you in between, and we are new to this whole thing. So once again, I am apologizing to everyone. The thing is, in this session, we have a limit of only 100 people. So next week, though, we will try to have a session for 300 people. But request sabnu hai ki jede log
अपने घर बैठे हुए 2 या 3 डिवाइसेस तो अटेंड कर रहे हैं. They can see on one device, so that we have a waiting list. There are people waiting to join in for the session. They will get a seat to join in for this. Once again, we are really sorry for this. जी वीर जी. थैंक यू अमन जी. नैक्सट टाइम ਇਹਦਾ ਦਾਇਰਾ ਤੁਸੀਂ 250 ਵਾਲਾ ਕਰ ਲੈਣਾ, 500 ਵਾਲਾ ਕਰ ਲੈਣਾ ਤੇ ਗ੍ਰੇਟ. ਤੇ ਜਿਹੜੇ ਲੋਕਾਂ ਕੋਲ ਕਿਸੇ ਹੋਰ ਨੂੰ ਜੁਆਇਨ ਕਰਾਉਣ ਵਾਸਤੇ ਢੰਗ ਹੈ ਤੇ ਉਹ ਆਪਣਾ ਸੈੱਲ ਫੋਨ ਔਨ ਕਰਕੇ ਉਹਨਾਂ ਨੂੰ ਰਿਫਲੈਕਟ ਕਰਾ ਕੇ ਆਪਣੇ ਫੋਨ ਦੇ ਥਰੂ ਜਾਂ ਆਈਪੈਡ ਦੇ ਥਰੂ ਕਿਸੇ ਤਰ੍ਹਾਂ ਕਿਸੇ ਨੂੰ ਹੋਰ ਸਾਂਝ ਪਾ ਸਕਦੇ ਹਨ. ਕੋਈ ਆਡੀਓ ਹੀ ਸੁਣ ਸਕਦਾ ਹੈ ਕਮ ਹੈ ਨਾ. ਥੈਂਕ ਯੂ ਵੀਰ ਜੀ. ਤੇ ਤੁਸੀਂ ਅਮਨ ਜੀ ਇਹਨੂੰ ਬਾਅਦ ਵਿੱਚ ਨਾ YouTube ਤੇ ਵੀ ਲਿਵਿੰਗ ਟ੍ਰੇਜਰ ਦੇ ਪਾ ਦੇਣਾ ਤਾਂ ਕਿ ਜਿਹੜੇ ਨਹੀਂ ਜੁਆਇਨ ਕਰ ਸਕੇ ਅਸੀਂ ਉਹਨਾਂ ਨਾਲ ਵੀ ਸਾਂਝ ਕਰ ਸਕੀਏ. ਰਾਈਟ ਵੀਰ ਜੀ. ਠੀਕ ਹੈ. ਪਲੀਜ਼ ਕੈਰੀ ਔਨ. ਅੱਛਾ, ਹੁਣ ਮੈਂ ਇਹ ਬੇਨਤੀ ਕਰ ਰਿਹਾ ਸੀ, ਜਿਹਦਾ ਮਨ ਨਹੀਂ ਰੱਜਿਆ ਨਾ ਉਹ ਆਪਣੇ ਅੰਗਾਂ ਨੂੰ ਸਟੇਬਲ ਨਹੀਂ ਕਰ ਸਕੇਗਾ. ਉਹਦੇ ਅੱਖ ਨੱਕ ਕੰਨ ਸਾਰੇ ਆਰਗਨਸ ਨਾਲ ਡਿਸਟਰਬ ਰਹਿਣਗੇ ਔਰ ਉਹ ਸਬਰ ਵੀ ਟੋਲਰੈਂਸ ਵੀ ਪ੍ਰੈਕਟਿਸ ਨਹੀਂ ਕਰ ਸਕੇਗਾ ਜਿਹਦਾ ਮਨ ਨਹੀਂ ਰੱਜਿਆ. ਪਰ ਜਿਹਦਾ ਮਨ ਰੱਜਿਆ ਉਹ ਆਪਣੇ ਫਿਜ਼ੀਕਲ ਜਿਹੜਾ ਲੋਕਾਂ ਨਾਲ ਬਿਹੇਵੀਅਰ ਹੈ ਨਾ ਉਹਦੇ ਚ ਵੀ ਸਟੇਬਲ ਹੋ ਜਾਏਗਾ. ਉਹਦਾ ਬਿਹੇਵੀਅਰ ਦੂਸਰਿਆਂ ਨਾਲ ਸਬਰ ਵਾਲਾ ਹੋ ਜਾਏਗਾ. ਉਹ ਦੂਸਰਿਆਂ ਦੇ ਵੱਲੋਂ ਕੀਤੀ ਹੋਈ ਵਧੀਕੀ ਸਹਾਰ ਸਕੇਗਾ. ਰਾਈਟ. ਉਹਨਾਂ ਜਿਸ ਤਰ੍ਹਾਂ ਅਸੀਂ ਕਾਰ ਚਲਾ ਰਹੇ ਹਾਂ ਜੀ, ਕਾਰ ਚਲਾਉਂਦਿਆਂ ਕੋਈ ਮੇਰੇ ਕੋਲੋਂ ਗਲਤ ਕਾਰ ਚਲਾ ਕੇ ਚਲਾ ਗਿਆ. ਮੈਂ ਬੜੀ ਮੁਸ਼ਕਲ ਆਪਣੇ ਆਪ ਨੂੰ ਬਚਾਇਆ. ਮੈਂ ਆਪਣੀ ਕਾਰ ਨੂੰ ਬ੍ਰੇਕ ਮਾਰੀ ਜਾਂ ਥੋੜਾ ਸਾਈਡ ਤੇ ਕੀਤਾ. ਪਰ ਹੁਣ ਮੈਂ ਨਾ ਉਹਨੂੰ ਸਹਾਰਨਾ ਵੀ ਤੇ ਹੈ ਨਾ. ਸਹਾਰਨ ਵਾਸਤੇ ਸਭ ਤੋਂ ਪਹਿਲੀ ਇਹ ਪ੍ਰੈਕਟਿਸ ਕਰਾਂਗਾ ਕਿ ਮੈਂ ਉਹਦੇ ਉੱਤੇ ਕਮੈਂਟ ਕੋਈ ਨਹੀਂ ਕਰਨਾ. संतोख और सबर कमांड दे मैं टेक्निक्स डिस्कस कर रहा. टेक्निक्स मिलियंस ऑफ टेक्निक. जी वीर जी. दूजी गल, जे मैं ਉਹਦੇ ਤੇ ਕਮੈਂਟ ਪਾਸ ਨਹੀਂ ਕਰਦਾ ਤਾਂ ਮੈਂ ਆਪਣੀ ਕਾਰ ਦੇ ਨਾਲ ਹੌਂਕ ਵੀ ਨਹੀਂ ਕਰਾਂਗਾ. ਤੀਜੀ ਗੱਲ, ਜੇ ਮੇਰੇ ਅੰਦਰ ਟੋਲਰੈਂਸ ਹੈ ਔਰ ਮੈਂ ਸੰਤੋਖੀ ਹਾਂ ਤਾਂ ਫਿਰ ਮੈਂ ਆਪਣੀ ਬੋਡੀ ਲੈਂਗੁਏਜ ਵਿੱਚ ਆਪਣੀ ਕਾਰ ਨੂੰ ਛੇਤੀ ਨਾਲ ਉਹਦੇ ਅੱਗੇ ਲਿਜਾ ਕੇ ਟੇਢੀ ਨਹੀਂ ਕਰਾਂਗਾ. ਉਹਨੂੰ ਘੂਰੀ ਵੱਟ ਕੇ ਨਹੀਂ ਦੇਖਾਂਗਾ. ਜੇ ਮੇਰੇ ਅੰਦਰ ਟੋਲਰੈਂਸ ਹੈ ਤੇ ਮੈਂ ਆਪਣੀ ਵੋਟੀ ਦੀ ਗੱਲ ਸਹਾਰਾਂ. ਜਾਂ ਜੇ ਮੈਂ ਇਸਤਰੀ ਹਾਂ ਤੇ ਮੈਂ ਆਪਣੇ ਪਤੀ ਦੀ ਆਪਣੀ ਸੱਸ ਦੀ ਗੱਲ ਸਹਾਰਾਂ. ਜੇ ਮੈਂ ਬੱਚਾ ਹਾਂ ਤਾਂ ਗੱਡੀ ਵਾਲਾ ਉਹਦੀ ਗਲਤੀ ਹੋਏ ਜਾਂ ਨਾ ਹੋਏ, ਜੇ ਤੁਸੀਂ ਗਲਤੀਆਂ ਲੱਭਣ ਲੱਗੇ ਨਾ ਤਾਂ ਸੜਕ ਤੇ ਹੀ ਖੜੇ ਰਹਿਣਾ. ਰਾਈਟ. ਫਿਰ ਤੁਸੀਂ ਆਪਣੇ ਕੰਮ ਤੇ ਨਹੀਂ ਜਾ ਪਾਓਗੇ. ਮੈਂ ਇੱਕ ਐਕਟਿੰਗ ਕਰਾਂ ਜੀ. मैं अपने कार अंदर बैठ के अपने बॉस नाल गल कर रहा. सर फिर क्या बात है, वो वाली जो आइटम है उस आइटम को हम इतने का बना के उनको भेज दूं. अच्छा अगर आप कहते हो तो ठीक है, मैं पेरिस में और वहां पर इटली में मैं उनको ईमेल डाल. हरामजादा, मैंने ऐसे कर दिया. और मेरा बॉस बोला तुमने मेरे को हरामजादा बोला. मैं कह रहा हूं सर 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 मैंने आपको नहीं कहा, आपको नहीं कहा. पर मेरे को तो आदत है, मैं तो सड़क पे जो गलत कार चलाता है मैं उसके साथ ड्रैग हो जाता हूं मेंटली, क्योंकि मेरे पास सब्र है ही नहीं, क्योंकि मैं संतोख तो कमाया ही नहीं. मैं तो सोच रहा हूं मैं सड़क पर राजा हूं और सबसे बढ़िया कार नहीं मेरे को आती है, बाकी तो सारे पागल हैं. है ना. जिस टोन विच मैं गल कर रहा ना अमन जी, ए टोन उसे दुखदाई, डिस्टर्ब्ड,
ਟੈਂਸਡ ਅਵਸਥਾ ਦੀ ਮੈਂ ਐਕਟਿੰਗ ਕਰ ਰਿਹਾ। ਵੀਰ ਜੀ ਬਟ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਇੰਜ ਹੀ ਹੁੰਦਾ ਹੈ, ਬਿਕੋਜ਼ ਆਈ ਤਾਂ ਫਿਰ ਇਨਕਲੂਡਿੰਗ ਇਹਦਾ ਮਤਲਬ ਤੁਹਾਡੇ ਕੁਐਸਚਨ ਦਾ ਆਨਸਰ ਹੋ ਗਿਆ ਕਿ ਅਸੀਂ ਸੜਕ ਤੇ ਜਿਹੜੇ ਗਲਤ ਚਲਾ ਰਹੇ ਨੇ ਅਸੀਂ ਉਹਨਾਂ ਨਾਲ ਡਰੈਗ ਨਹੀਂ ਹੋਣਾ। ਮੈਂ ਤੇ ਆਪਣੇ ਬੌਸ ਨਾਲ ਗੱਲ ਕਰ ਰਿਹਾ ਆਰਾਮ ਨਾਲ, ਜਾਂ ਮੈਂ ਪਾਠ ਕਰ ਰਿਹਾ, ਜਾਂ ਮੈਂ ਦੁਨੀਆ 'ਚ ਕਿਸੇ ਨਾਲ ਵੀ ਗੱਲ ਕਰ, ਕੁਛ ਨਹੀਂ ਕਰ ਰਿਹਾ, ਮੈਂ ਆਪਣੇ ਨਾਲ ਹਾਂ। ਹੁਣ ਮੈਂ ਆਪਣੇ ਨਾਲ ਕੋਈ ਗਲਤ ਕਾਰ ਚਲਾ ਕੇ ਮੈਨੂੰ ਡਿਸਟਰਬ ਕਰ ਗਿਆ, ਅਨਪਾਵਨੀ ਭਗਤ ਨਹੀਂ ਉਪਜੀ, ਸਟੇਬਿਲਿਟੀ तो आई नहीं, टॉलरेंस आई ही नहीं। ਜੀ ਸੌਰੀ ਮੈਂ ਤੁਹਾਨੂੰ ਇੱਥੇ ਥੋੜਾ ਰੋਕ ਵੀ ਰਿਹਾ, ਬਟ ਆਈ ਵਾਂਟ ਟੂ ਟਾਕ ਟੂ ਯੂ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਟਰੈਕਟਿਵ ਗੱਲ ਹੈ, ਕਿ ਮੈਂ ਮੇਰੇ ਨਾਲ ਆਈ ਥਿੰਕ ਅਗਰ ਅਸੀਂ 90-100 ਬੰਦੇ ਜਿੰਨੇ ਵੀ ਸੁਣ ਰਹੇ ਹਾਂ, ਸਵੇਰੇ ਘਰੋਂ ਨਿਕਲਦੇ ਹਾਂ ਤਾਂ ਤੁਸੀਂ ਵਰਲਡ ਵਾਈਡ ਸਭ ਜਗ੍ਹਾ ਗੱਡੀਆਂ ਚਲਾਈਆਂ ਨੇ, ਤਾਂ ਅਸੀਂ ਮਤਲਬ ਇੰਕਲੂਡਿੰਗ ਮੀ ਆਈ ਫਾਈਂਡ ਮਾਈਸੈਲਫ ਕਿ ਸਾਨੂੰ ਪਤਾ ਨਹੀਂ ਜਾਣੇ ਬਜਾਣੇ ਇਹ ਆਦਤ ਹੁੰਦੀ ਹੈ ਕਿ ਅਸੀਂ ਗੱਡੀ ਦਾ ਹੌਰਨ ਮਾਰਦੇ ਰਹਿੰਦੇ ਹਾਂ ਰੈੱਡ ਲਾਈਟ ਤੇ ਵੀ। ਸੋ ਇਟ ਮੀਨਸ ਵੀ ਆਰ ਅਨਕੰਟੈਂਟਡ। ਤੁਸੀਂ ਮੇਰੇ ਕੋਲੋਂ ਲੇਬਲ ਕਰਾਉਣਾ ਚਾਹੁੰਦੇ ਹੋ? नो आई एम जेन्युइनली वांट टू अंडरस्टैंड कि मेरे अंदर एग्जिस्ट करती है कि नहीं। नहीं, ਮੈਨੂੰ ਬਿਲਕੁਲ ਅਕਲ ਨਹੀਂ ਹੈ, ਮੈਂ ਕਿਸੇ ਨੂੰ ਜੱਜ ਨਹੀਂ ਕਰ ਸਕਦਾ, ਨਾ ਮੈਂ ਕਿਸੇ ਨੂੰ ਲੇਬਲ ਲਾ ਸਕਦਾ ਹਾਂ। ਇਹ ਤੇ ਹਰ ਕਿਸੇ ਨੇ ਆਪਣਾ ਸੋਚਣਾ ਹੈ। ਠੀਕ ਹੈ ਅਮਨ ਜੀ, ਹੁਣ ਅਸੀਂ ਅੱਗੇ ਟੁਰੀਏ। जी ਵੀਰ ਜੀ ਇੱਕ ਸੈਕਿੰਡ ਵੀਰ ਜੀ। ਜੀ ਅਮਨ ਵੀਰ ਜੀ, ਜਦ ਅਸੀਂ ਕੰਟੈਂਟਮੈਂਟ ਦੀ ਬੁੱਕ ਪੜਾਂਗੇ ਨਾ, ਤੇ ਉਹਦੇ ਵਿੱਚ ਨਾ 2 ਪੰਕਤੀਆਂ ਦੂਧ ਪੀਓ ਗੋਬਿੰਦੇ ਰਾਏ ਦੇ ਵਿੱਚੋਂ ਹੀ ਨਾ ਆਖਰੀ ਦਾ ਪਦਾ ਹੈਗਾ, ਉਹਦੇ ਵਿੱਚ ਹੈਗਾ ਦੂਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਪਿਆ। ਜਦ ਮੈਨੂੰ ਵਿਜ਼ਡਮ ਆਈ ਤੇ ਮੈਂ ਨਾ ਆਪਣੇ ਅੰਦਰ ਸਵੈ ਪੜਚੋਲ ਸੈਲਫ ਐਨਾਲਿਸਿਸ ਕਰਨ ਲੱਗ ਗਿਆ ਕਿ ਮੇਰੇ ਅੰਦਰ ਕੀ ਗਲਤੀਆਂ ਨੇ, ਔਰ ਉਹਨਾਂ ਗਲਤੀਆਂ ਨੂੰ ਮੈਂ ਸੁਧਾਰਨ ਲੱਗ ਗਿਆ ਤੇ ਮੈਂ ਕੰਟੈਂਟਮੈਂਟ ਦੀ ਤਰਫ ਸੈਲਫ ਪ੍ਰੈਕਟਿਸ ਸ਼ੁਰੂ ਕਰਤੀ ਤੇ ਫਿਰ ਮੈਂ ਕੰਟੈਂਟਮੈਂਟ ਦੀ ਤਰਫ ਪਹੁੰਚਿਆ। ਇਹ ਗੁਰਬਾਣੀ ਕਹਿ ਰਹੀ ਹੈ ਵੀਰ ਜੀ। ਥੈਂਕ ਯੂ ਸੁਪ੍ਰੀਤ ਜੀ, ਥੈਂਕਸ ਫॉर ਸ਼ੇਅਰਿੰਗ। ਅਮਨ ਜੀ, ਅਸੀਂ ਉਹਨੇ ਕੁਐਸਚਨ ਆਨਸਰ ਸੈਸ਼ਨ ਸ਼ੁਰੂ ਨਹੀਂ ਕੀਤਾ, ਮੈਂ ਇੰਟਰੈਕਟਿਵ ਇਸ ਕਰਕੇ ਕਹਿ ਰਿਹਾ ਕਿ ਮੇਰੀ ਜਿਹੜੀ ਸ਼ੇਅਰਿੰਗ ਹੈ ਨਾ ਉਹ ਲੈਕਚਰ ਨਾ ਬਣ ਜਾਏ। ਮੇਰੀ ਸ਼ੇਅਰਿੰਗ ਹੈ, ਤੁਸੀਂ ਉਹਦੇ ਵਿਚਕਾਰ ਹਾਂ ਨਾ ਉਸ ਤਰੀਕੇ ਨਾਲ ਐਕਨੋਲੇਜ ਕਰਦੇ ਜਾਓ। ਅਸੀਂ ਆਪਣੀ ਜਰਨੀ ਵੀ ਲੈਣੀ ਹੈ ਨਾ, ਫਿਰ ਬਾਅਦ ਦੇ ਕੁਐਸਚਨਸ ਸਾਰੇ ਆਣਗੇ। ਮੈਂ ਸਿੰਪਲੀ ਐਗਜ਼ਾਮਪਲ ਬਣਾਇਆ, ਸੜਕ ਤੇ ਹੋ ਗਿਆ, ਘਰ ਮੇਰਾ ਪਤੀ ਪਤਨੀ ਦਾ ਹੋ ਗਿਆ, ਮਾਂ ਪਿਓ ਦੀ ਗੱਲ ਬੱਚੇ ਨਹੀਂ ਸਹਾਰਦੇ ਨੇ, ਉਹਨਾਂ ਦੀ ਟੋਲਰੈਂਸ ਹੋ ਗਈ। ਜਿਹੜੇ ਪਤੀ ਪਤਨੀ ਦੇ ਇਸ ਤਰੀਕੇ ਦੇ ਆਰਗੂਮੈਂਟ ਹੁੰਦੇ ਨੇ, ਟੋਲਰੈਂਸ ਨਹੀਂ ਹੁੰਦੀ, ਅਲਟੀਮੇਟਲੀ ਤਲਾਕ ਤੱਕ ਪਹੁੰਚ ਜਾਂਦੇ ਨੇ। ਇਹ ਸਾਰੀਆਂ ਗੱਲਾਂ ਸਾਡੇ ਨਾਲ ਵਾਪਰਦੀਆਂ ਨੇ। ਅੱਜ ਅਸੀਂ ਕੰਟੈਂਟਮੈਂਟ ਸਿੱਖ ਰਹੇ ਹਾਂ। ਕਰੈਕਟ ਜੀ। ਤੋ ਜੋ ਆਪਣੇ ਅੰਗਾਂ ਨੂੰ ਟ੍ਰਾਂਸਮਿਟ ਕਰਦਾ ਹੈ ਨਾ, ਉਹ ਫਿਰ ਸਬਰ ਵਾਲਾ ਹੁੰਦਾ ਜਾਂਦਾ ਹੈ, ਉਹ ਸੰਤੋਖੀ ਹੁੰਦਾ ਜਾਂਦਾ ਹੈ, ਉਹ ਸਟੈਬਿਲਿਟੀ ਸਿੱਖਦਾ ਹੈ। ਸਟੈਬਿਲਿਟੀ ਸਿੱਖਣਾ, ਸਪਿਰਿਚੁਅਲਿਟੀ ਹੋਣਾ ਹਰ ਕਿਸੇ ਦੇ ਬਰਥ ਰਾਈਟ ਹੈ, ਭਾਵੇਂ ਉਹ ਏਥਿਸਟ ਕਮਿਊਨਿਸਟ ਹੋਵੇ, ਭਾਵੇਂ ਰੱਬ ਨੂੰ ਨਾ ਮੰਨਦਾ ਹੋਵੇ। ਐਵਰੀਬਡੀ ਵਾਂਟਸ ਟੂ ਬੀ ਹੈਪੀ। ਸੇ ਯੈਸ অর नो? यस ਵੀਰ ਜੀ। ਹਰ ਕੋਈ ਖੁਸ਼ੀ ਖੇੜਾ ਚਾਹੁੰਦਾ ਹੈ ਨਾ ਜੀ। तो सतियां मन संतोख उपजे देना के विचार, उन्होंने ख्याल ते आया, ਇਹਦਾ मतलब संतोख is linked with to give something। पहला मेरा मन संतोखी होया, ਇਹਨੇ ਮੇਰੇ ਅੰਗਾਂ ਨੂੰ ਸਟੇਬਿਲਿਟੀ ਦਿੱਤੀ, ਸੰਤੋਖੀ ਬਣਾਇਆ, ਕੰਟੈਂਟਡ ਬਣਾਇਆ। ਹੁਣ ਇਹ ਹੋਰਾਂ ਨੂੰ ਹੀ ਦੇਣ ਜੋਗਾ ਹੋ ਗਿਆ। ਉਹਨੂੰ ਕਹਿੰਦੇ ਨੇ ਸਤੀਆਂ ਮੀਨਸ ਦਾਨੀਆਂ। ਟੂ ਗਿਵ ਦਾ ਖਿਆਲ ਆਇਆ, ਸੁਭਾਅ ਆਇਆ। ਠੀਕ ਹੈ ਨਾ। ਅੱਜ ਜਦੋਂ ਅਸੀਂ ਇਸ ਨੂੰ ਡਿਸਕਸ ਕਰਾਂਗੇ ਨਾ, ਤਾਂ ਅਸੀਂ ਇਹ ਪੱਖੋਂ ਡਿਸਕਸ ਕਰਾਂਗੇ
कि देण दा ख्याल आया है बड़ी अच्छी गल है, पर उत्थे नाल ना इस पंक्ति दा राइम पूरा कीता है अगली पंक्ति नाल, सतियां मन संतोख उपजै देना कै विचार, जिसके अंदर कंटेंटमेंट संतोख जागता है, वो दूसरे को देना चाहता है, पर दे दे मंगे सहसा गूढ़ा सोप करे संसार। पर जे असी दे रहे हैं वाह वाह वास्ते, दिखावे वास्ते, तो वो वाला सारा वेस्ट हो जाएगा। संतोख जिहड़ा ख्याल आया सी ओनू वायरस लग गया, वो पॉइजनस हो गया, क्योंकि दे रहा सिर्फ दिखाण वास्ते, सिर्फ दिखाण वास्ते देंगा। जे मेरा नाम उत्थे ना बुलिया, मेरे बारे लंबी चौड़ी लिस्ट अनाउंस ना की, उत्थे अनाउंस ना की गई, तो मैं अंदरों उदास हो जाऊंगा, मतलब मैं अंदरों संतोखी आई नहीं सी, मैं तो सिर्फ दिखावे दा दे रहा सी। ਅਸੀਂ ਇਹਦੇ ਚੋਂ ਇਹ ਮੈਸੇਜ ਨਹੀਂ ਲੈਣਾ ਕਿ ਅੱਜ ਕਰੋਨਾ ਦੇ ਵਿੱਚ ਜਿਹੜੇ ਲੋਕੀ ਲੋੜਵੰਦ ਹਨ ਕਿ ਅਸੀਂ ਉਹਨਾਂ ਦੇ ਵਾਸਤੇ ਸ਼ੇਅਰਿੰਗ ਨਾ ਕਰੀਏ, ਕਰੀਏ ਜ਼ਰੂਰ ਕਰੀਏ। ਅਸੀਂ ਸੰਤੋਖੀ ਹੋਵਾਂਗੇ ਤਾਂ ਹੀ ਕਰ ਪਾਵਾਂਗੇ। ਲੱਖਾਂ ਕਰੋੜਾਂ ਕਮਾਉਣ ਵਾਲੇ ਹੀ ਸੰਤੋਖੀ ਨਹੀਂ ਹੁੰਦੇ, ਨਾ ਕਮਾ ਕੇ ਵਾਲਾ ਵੀ ਸੰਤੋਖੀ ਹੋ ਸਕਦਾ ਹੈ, ਰਾਈਟ। ਹੁਣ ਸਟੇਬਿਲਿਟੀ ਅਸੀਂ ਸਿੱਖ ਰਹੇ ਹਾਂ, ਔਰ ਸਟੇਬਿਲਿਟੀ ਸਿੱਖਦੇ ਹਾਂ ਅਸੀਂ ਉਸਨੂੰ ਕਹਿੰਦੇ ਹਾਂ ਅਸੀਂ ਨਾ ਇੱਕ ਸ਼ਬਦ ਪੜਿਆ ਸੀ, ਇੱਕ ਮਿੰਟ ਮੈਂ ਵਾਜਿਦ ਤੇ ਪੜਦਾ। गाना नैन संतोखे प्रभु दर्शन पाया, ਅਮਨਵੀਰ ਜੀ ਤੁਸੀਂ ਭੁਪਿੰਦਰ ਵੀਰ ਜੀ ਨੂੰ ਵੀ ਮਿਊਟ ਕਰਤਾ। सॉरी वीर जी, दोनों तरफ से इधर से भी तो पानी रुकेगा कैसे? ਹੁਣ ऑन है जी वीर जी। नैन संतोखे प्रभु दर्शन पाया, नैन संतोखे प्रभु दर्शन पाया, कहो नानक सफल सोया, कहो नानक सफल सोया, तुम पेखत शुभा मेरे आंगन, शुभा मेरे आंगन, शुभा मेरे आंगन, कर आशा आयो प्रभु मांगन, तुम पेखत शुभा मेरे आंगन। ਅਸੀਂ ਨਾ ਇਹ ਸ਼ਬਦ ਚੋਂ ਇਹ ਸਿੱਖੇ ਕਿ ਰੱਬ ਜੀ ਜੇ ਤੁਸੀਂ ਮੇਰੇ ਅੰਦਰ ਆ ਜਾਂਦੇ ਹੋ, ਤੁਹਾਨੂੰ ਮੈਂ ਦੇਖਣ ਆਇਆ ਸੀ, ਇਹ ਮੇਰੀ ਆਸਾ ਸੀ, ਤੁਮ ਪੇਖਤ ਸ਼ੋਭਾ ਮੇਰੇ ਆਂਗਨ, ਮੇਰੇ ਆਂਗਨ ਮੇਰੇ ਹਿਰਦੇ ਵਿਹੜੇ ਵਿੱਚ ਖੇੜਾ ਆ ਗਿਆ, ਚਾਨਣ ਹੋ ਗਿਆ। ਜਦੋਂ ਸਾਡੇ ਘਰ ਕੋਈ ਮਹਿਮਾਨ ਆਇਆ ਸੀ, ਕਹਿੰਦੇ ਨਾ ਸਾਡੇ ਵਿਹੜੇ ਚੰਨ ਚੜਿਆ, ਉਹ ਸ਼ੋਭਾ, ਸ਼ੋਭਾ ਮੇਰੇ ਆਂਗਨ ਤੁਮ ਪੇਖਤ। ਹੁਣ ਇਸ ਸ਼ਬਦ ਵਿੱਚ आखिर ते एक रिजल्ट कटदे ने जो शब्द दी जिस्ट है, वो जिस्ट है नैन संतोखे प्रभ दर्शन पाया। नैन संतोखे की होंदा है, मनु विजन मिल गया हाउ टू बी कंटेंटेड, कंटेंटमेंट दी अक्ल आ गई, मीन्स गॉड, वननेस विद गॉड। अच्छा गुरमत विच
ਰੱਬ ਨੂੰ ਵੇਖਣਾ ਜਾਂ ਰੱਬ ਦੇ ਨਾਲ ਵਨਨੈਸ ਪ੍ਰਾਪਤ ਕਰਨਾ, ਉਹਦੇ ਮੇਨ ਪੁਆਇੰਟਸ ਨੇ, ਜਿਨ੍ਹਾਂ ਚੋਂ ਇੱਕ ਪੁਆਇੰਟ ਹੈ ਕੰਟੈਂਟਮੈਂਟ, ਨੈਣ ਸੰਤੋਖੇ। ਇੱਕ ਜਗ੍ਹਾ ਕਹਿੰਦੇ ਨੇ ਕੋ ਭੀਖਨ ਦੋਏ ਨੈਣ ਸੰਤੋਖੇ, ਇੱਥੇ ਕਹਿੰਦੇ ਨੇ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਉਹ ਇਨਸਾਨ ਸਫਲ ਹੋ ਗਿਆ, ਉਹਦਾ ਜੀਵਨ ਸਫਲ ਹੋ ਗਿਆ। ਇਹਦਾ ਮਤਲਬ ਸਾਡਾ ਜੀਵਨ ਸਫਲ ਹੁੰਦਾ ਹੈ ਜਦੋਂ ਅਸੀਂ ਕੰਟੈਂਟਮੈਂਟ ਨੂੰ ਜੀਂਦੇ ਹਾਂ। ਆਪ ਵੀ ਕੰਟੈਂਟਡ, ਫੁੱਲ ਆਫ ਟੋਲਰੈਂਸ, ਔਰ ਦੂਜਿਆਂ ਵਾਸਤੇ ਗਿਵ ਕਰਨ ਦੀ ਇੱਕ ਸੁਭਾਅ, ਇੱਕ ਸਟੇਟ ਆਫ ਮਾਈਂਡ ਬਣ ਗਈ। ਅੱਛਾ, ਜੇ ਅਸੀਂ ਬੱਚੇ ਨੂੰ ਬਚਪਨ ਤੋਂ ਹਾਊ ਟੂ ਗਿਵ ਦੀ ਆਦਤ ਪਾਉਂਦੇ ਜਾਈਏ ਨਾ, ਅਮਨ ਜੀ। ਜੀ ਵੀਰ ਜੀ, ਕਿੱਥੇ ਹੋ ਤੁਸੀਂ? ਹਾਂਜੀ ਵੀਰ ਜੀ, ਯੂ ਕੈਨ ਸੀ ਮੀ, ਆਈ ਐਮ ਵਿਦ ਯੂ। ਜੇ ਅਸੀਂ ਇਹ ਹੁਣ ਸੁਪ੍ਰੀਤ ਜੀ ਨੇ ਕਿਹਾ ਕਰੋਨਾ ਕਰਕੇ, ਪਿੱਛੇ ਵੀ ਇੰਜ ਕਰਨਾ ਚਾਹੀਦਾ ਸੀ, ਸਦੀਆਂ ਤੋਂ ਕਰਨਾ ਚਾਹੀਦਾ ਸੀ। ਸਾਡੇ ਸਕੂਲ ਕਾਲਜ ਦੇ ਅੰਦਰ ਜੇ ਅਸੀਂ ਬੱਚੇ ਨੂੰ ਸਕੂਲ ਜਾਣ ਤੋਂ ਵੀ ਪਹਿਲਾਂ ਬਚਪਨ ਤੋਂ ਨਿੱਕੀ ਨਿੱਕੀ ਗੱਲ ਤੇ ਹਾਊ ਟੂ ਗਿਵ ਟੂ ਅਦਰਸ, ਹਾਊ ਟੂ ਸ਼ੇਅਰ ਵਿਦ ਅਦਰਸ ਜੇ ਆਦਤ ਪਾ ਲਈਏ ਨਾ, ਤਾਂ ਬੱਚਾ ਨਾ ਇਹ ਸਿੱਖੇਗਾ। ਅੱਛਾ, ਪਹਿਲਾਂ ਉਹ ਆਪਣੀ ਚੀਜ਼ ਨੂੰ ਆਪਣੇ ਕੋਲ ਰੱਖਦਾ ਸੀ, ਦੂਜੇ ਨੂੰ ਦਿੰਦਾ ਨਹੀਂ ਸੀ। ਉਹਦੇ ਕੋਲ 2 चॉकलेट ने, दोनों चॉकलेट अपने कोल रखता सी। ਅਸੀਂ अगर एक चॉकलेट तो इसको भी दे दे। ਹੁਣ ਨਾ ਉਹਨੇ ਦੇਖਿਆ, ਜਦੋਂ ਮੈਂ ਇਹਨੂੰ ਦਿੰਦਾ ਨਹੀਂ ਸੀ ਤੇ ਸਾਡੀ ਲੜਾਈ ਹੁੰਦੀ ਸੀ। ਹੁਣ मैं ਇਹਨੂੰ ਦਿੱਤਾ ਤੇ ਬੱਚਾ ਨਾ ਮੇਰੇ ਨਾਲ ਖੇਡਦਾ ਹੈ, मम्मी हम दोनों अब खेलते हैं, अब हम लड़ते नहीं है। ਉਹਨੂੰ ਨਾ ਥੋੜਾ ਨਾ ਰੈਲਿਸ਼ ਕਰਨਾ ਆ ਗਿਆ ਕਿ ਜਦੋਂ ਸ਼ੇਅਰ ਕਰਦੇ ਆ ਤਾਂ ਕਿਸ ਤਰ੍ਹਾਂ ਹਾਰਮਨੀ ਬਣਦੀ ਹੈ, ਕਿਸ ਤਰ੍ਹਾਂ ਪਿਆਰ ਬੰਦਾ ਜਾਂਦਾ ਹੈ। ਉਹ ਨਾ ਇਹਨੂੰ ਐਂਜੋਏ ਕਰਨਾ ਸ਼ੁਰੂ ਕਰ ਦਿੰਦਾ ਹੈ, ਹਾਊ ਟੂ ਗਿਵ ਟੂ ਅਦਰਸ। ਇਸ ਤਰ੍ਹਾਂ ਨਾ ਬਚਪਨ ਤੋਂ ਉਹਦੇ ਅੰਦਰ ਸੰਤੋਖ ਇੰਬਾਈਬ ਹੁੰਦਾ ਜਾਂਦਾ ਹੈ। ਇਹ ਜਿਹੜਾ ਸੰਤੋਖ ਉਹਦੇ ਅੰਦਰ ਇੰਬਾਈਬ ਹੁੰਦਾ ਜਾਂਦਾ ਨਾ, ਇਹ ਕੁਆਲਿਟੀ ਉਹਨੂੰ ਦ੍ਰਿੜ ਹੁੰਦੀ ਜਾਂਦੀ ਹੈ ਕਿ ਸੰਤੋਖ ਨਾਲ ਜੀਵੋ ਤਾਂ ਕਿੰਨਾ, ਫਿਰ ਉਹ ਵੱਡਾ ਹੋ ਕੇ ਵੀ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ। ਦੇਖੋ, ਸਾਡੇ ਘਰ ਅੰਦਰ ਮੰਮੀ ਰੋਟੀ ਪਕਾਉਂਦੀ ਹੈ, ਉਹਦੇ ਅੰਦਰ ਟੋਲਰੈਂਸ ਹੈ, ਉਹਦੇ ਅੰਦਰ ਸਬਰ ਹੈ कि मेरे लिए बचे या ना बचे, मैंने पहले सबको परोस के देनी है। मेरे वीर यूएसए तो, न्यूयॉर्क तो जोगी जी ड्राइव कर रहे ने और वो इस वेले ऑनलाइन ने। मैं उन्होंने सब दे सामने एक्नॉलेज करदा कि जदों भी साडे घर कोई आंदा है ते या जदों असीं सारा परिवार डाइनिंग टेबल ते बैठते हैं तो आखिर तक सब नूं प्लेटां वरतांदा रहिंदा है, हर किसी नूं चम्मच दिंदा रहिंदा है, हर किसी नूं नैपकिन पकड़ांदा रहिंदा है, हर किसी दी प्लेट विच पांदा रहिंदा है। ਉਹਨੂੰ ਇਹ ਫਿਕਰ ਨਹੀਂ ਹੁੰਦਾ ਕਿ ਮੇਰੇ ਵਾਸਤੇ ਨਹੀਂ ਬਚੇਗਾ। ਇਹ ਗੱਲ ਤੇ ਦਰਅਸਲ ਪ੍ਰੈਕਟਿਸ ਮਾਂ ਨੇ ਕੀਤੀ ਸੀ ਸਾਡੇ ਘਰ, ਸਾਰਿਆਂ ਦੇ ਘਰਾਂ ਵਿੱਚ ਮਾਂ ਕਰਦੀ ਹੈ। ਉਹਨੇ ਇਹ ਪੁਆਇੰਟ ਪਕੜ ਲਿਆ ਤਾਂ ਮਤਲਬ ਅਸੀਂ ਸਾਰੇ ਉਹ ਵਾਲੀ ਗੇਮ ਸਿੱਖ ਸਕਦੇ ਹਾਂ, ਹਾਊ ਟੂ ਗਿਵ ਐਂਡ ਆਫਟਰ ਗਿਵਿੰਗ ਉਹ ਜਿਹੜਾ ਪਿਆਰ ਮਿਲਦਾ ਹੈ ਨਾ, ਉਹਨੂੰ ਰੈਲਿਸ਼ ਕਰਨਾ ਤਾਂ ਕਿ ਦ੍ਰਿੜ ਹੋ ਜਾਏ। ਇੱਕ ਹੋਰ ਸਵਾਦ ਆ ਜਾਂਦਾ ਹੈ, ਪਤਾ ਕੀ, संतोख भी आ गया, टॉलरेंस भी आ गई, सैक्रीफाइस भी करनी आ गई कि लो तुसी मेरे वाला फुलका ले लो। एक्सपैंड होएगी चारों पासे हुण जिंदगी च। संतोख, कंटेंटमेंट बड़ा कीमती गुण है, दुनिया का कोई भी इंसान जी सकता है इसको। There is big difference between sacrifice or satisfaction and contentment. सेटिस्फैक्शन नीचे है, जो मैं चाहता था वो मेरे को मिल गया, आई एम सेटिस्फाइड।
कंटेंटमेंट ही चेंज नहीं है, मेरी कोई शर्त ही नहीं है, मिले ना मिले, आई एम हैप्पी, आई एम कंटेंटेड, नो आई एम फाइन, एंड आई कैन गिव यू माई शेयर। ਇਹ ਨਾ ਅਸੀਂ ਘਰੋਂ ਸਿੱਖਦੇ ਆ, ਔਰ ਦੁਨੀਆ ਵਿੱਚ ਸਾਰੀਆਂ ਕੌਮਾਂ ਕੋਈ ਨਾ ਕੋਈ ਗ੍ਰੇਟ ਪ੍ਰੈਕਟਿਸ ਕਰਦੀਆਂ ਹੋਣਗੀਆਂ, ਪਰ ਸਿੱਖ ਜਗਤ ਵਿੱਚ ਨਿੱਕਾ ਨਿੱਕਾ ਬੱਚਾ, ਅੱਜ ਪੂਰੇ वर्ल्ड अंदर एक गल फैली हुई है, कोरोना में अमेरिका से लेके दुनिया की हर कंट्री से लेके इंडिया से लेके सब जगह सिख लंगर बांट रहे हैं। अच्छा, एक गल ना बचपन तो सिखाई जा रही सी ओनू, एला बेटा तू नैपकिन वरता दे, एला बेटा अच्छा तू सलाद वरता दे, एले बच्चे तू कड़छी चम्मच वरता दे, निक्के 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 करते जाते ने, ਉਹ ਰੈਲਿਸ਼ ਕਰਨਾ ਸ਼ੁਰੂ ਕਰ ਦਿੰਦੇ। 2 ਮਿੰਟ ਵੇਟ ਕਰ ਲੇਗਾ। ਉਹਨਾਂ ਦੀ ਦੇਣ ਦੀ ਇੱਛਾ ਵੱਧਦੀ ਜਾਂਦੀ ਹੈ, ਉਹਨਾਂ ਨੂੰ ਦੇਖ ਕੇ ਰੈਲਿਸ਼ ਕਰਨ ਦਾ ਸਵਾਦ ਆਣਾ ਸ਼ੁਰੂ ਹੋ ਜਾਂਦਾ ਹੈ। ਸੈਕਰੀਫਾਈਸ ਵੀ ਆ ਗਈ, ਸਟੇਬਿਲਿਟੀ ਵੀ ਆ ਗਈ, ਸਬਰ ਵੀ ਆ ਗਿਆ, ਸੰਤੋਖ ਵੀ ਆ ਗਿਆ, ਟੋਲਰੈਂਸ ਵੀ ਆ ਗਈ। one is learning how to give ਕੀਤਾ ਕਿ ਨਹੀਂ ਕੀਤਾ ਤੇ ਖਿਆਲ ਆ ਗਿਆ, ਬਸ ਇਹੀ ਖਿਆਲ ਕੰਟੈਂਟਮੈਂਟ ਦਾ ਸਮੁੰਦਰ, ਓਸ਼ੀਅਨ ਸਾਨੂੰ ਦੇਵੇਗਾ। ਸੁਨਾਮੀ ਆ ਜਾਏਗਾ ਕੰਟੈਂਟਮੈਂਟ ਦਾ, ਪੂਰਾ ਬਾਰਿਸ਼ ਹੋ ਜਾਏਗੀ ਕੰਟੈਂਟਮੈਂਟ ਦੀ। ਔਰ ਇਹ ਪ੍ਰੈਕਟਿਸ ਅਸੀਂ ਕਰਦੇ ਨਹੀਂ, ਦਿਖਾਵਾ ਕਰਦੇ ਰਹਿ ਜਾਂਦੇ ਆ, ਸੰਤੋਖ ਨੂੰ ਜੀ ਨਹੀਂ ਪਾਉਂਦੇ। ਸੋ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਰੱਬ ਨੂੰ ਦੇਖਣ ਦੇ ਬਰਾਬਰ ਸੰਤੋਖ ਸਿੱਖ ਲਿਆ। ਸਬਰ ਅੰਦਰ ਸਾਬਰੀ, ਇਉਂ ਤਨ ਐਵੇਂ ਜਲੇਨ, ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਫਰੀਦ ਜੀ ਕਹਿੰਦੇ ਨੇ ਉਹ ਖੁਦਾ ਦੇ ਨੇੜੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਕੋਲ ਸੰਤੋਖ ਹੈ, ਉਹਨਾਂ ਨੇ ਆਪਣੇ ਮਨ ਭੁੱਖੇ ਨੂੰ ਰਜਾਇਆ। ਰਾਈਟ ਵੀ। ਔਰ ਉਹ ਜਿਹੜਾ ਸੁਪ੍ਰੀਤ ਜੀ ਤੁਸੀਂ ਮਨ ਭੁੱਖੇ ਦੀ ਗੱਲ ਕੀਤੀ ਔਰ ਸਾਡੇ ਸੈਮੀਨਾਰ ਨੂੰ ਟੱਚ ਕੀਤਾ ਨਾ, ਉਹਦੇ ਵਿੱਚ ਨਾ ਅਸੀਂ ਸ਼ਬਦ ਪੜਿਆ ਸੀ, दूध पियो गोबिंदे राय, दूध पियो मेरो मन पति आए, नहीं ता घर को बाप रिसाए। हाँ जी वीर जी। एक घर को बाप रिसाए पता है की होता है? आस्ता आस्ता अंदरों संतोख चला जाता है जे मन भुखे नू विजडम दा दूध ना पिलाओ। हाँ जी वीर जी। ठीक है जी वीर जी। तो वो जिहड़ा शब्द है ना, नामदेव जी ने सारी दुनिया नू अंदर दे इस भुखे मन नू दूध पिला के नू रजाया है। जिन्हां ने अंदर दे उन्होंने नहीं रजाया ना, वो बाहर अज थड़े दूध नाल धोई जा रहे ने, संगमरमर नू दूध देई जा रहे ने, वेस्ट करी जा रहे ने। उन्हां नू नहीं पता लग रहा कि किसी गरीब दा भला सॉरी वीर जी, प्लीज कंटिन्यू। जिन्हां दे अंदर देण दी इच्छा पैदा हो जाती है ना, उन्हां नू काउंट करते ने ही इज कंटेंटेड, मीन्स ही इज हैप्पी फ्रॉम इनसाइड। राइट। एक दिन पुष्पिंदर दे मम्मी ने मैंने पूछा सी, भुपिंदर जे मतलब पैसे कमाना छोड़ दियो और बिल्कुल गरीबा फकड़ा वांगू रहो तां संतोख हुंदा है? तब मैं उन्होंने कहा सी नहीं, ਇਹਦਾ मतलब दुनिया का कोई अमीर संतोख प्राप्त ही नहीं कर सकता। दुनिया का कोई भी मनुख संतोख प्राप्त कर सकता। तो मैं उन्होंने सांझ की सी, नानक भगता सदा विकास, ए सदा विकास, हैप्पीनेस, स्टेबिलिटी अंदरों खिड़े होए हर वेले, इनू संतोख कहते हैं। ਇਹ ਜਿਹੜੀ ਅਵਸਥਾ ਅਸੀਂ ਪ੍ਰਾਪਤ ਕਰਦੇ ਆ ਨਾ,
ਇਹ ਵਾਲੀ ਅਵਸਥਾ ਨੂੰ ਮੈਂ ਤੁਹਾਡੇ ਨਾਲ ਸਮਝੀ ਕਿ ਬਚਪਨ ਤੋਂ ਅਸੀਂ ਸਾਰੇ ਗੁਰਦੁਆਰਿਆਂ ਵਿੱਚ ਲੈ ਕੇ ਘਰੋਂ ਲੈ ਕੇ ਆਪਣੇ ਬੱਚੇ ਨੂੰ ਸਿਖਾਉਂਦੇ ਹਾਂ, ਫਿਰ ਆਸਤਾ ਆਸਤਾ ਅਸੀਂ ਸਾਰੀ ਪ੍ਰੈਕਟਿਸ ਕਰਦੇ ਜਾਂਦੇ ਹਾਂ, ਔਰ ਜਦੋਂ ਇੱਕ ਵਾਰੀ ਅਸੀਂ ਸੰਤੋਖੀ ਹੋ ਜਾਂਦੇ ਹਾਂ ਨਾ ਤਾਂ ਸਾਨੂੰ ਸਮਝ ਆ ਜਾਂਦੀ ਹੈ ਹਾਊ ਟੂ ਲਿਵ ਫॉर ਅਦਰਸ ਐਂਡ how to give to others। ਹੁਣ ਤੁਸੀਂ ਕਰੋਨਾ ਟੱਚ ਕੀਤਾ ਤੇ ਕਰੋਨਾ ਕਰਕੇ ਆਉਣ ਵਾਲੀਆਂ ਸਦੀਆਂ ਵਿੱਚ ਅੱਜ ਤੋਂ ਬਾਅਦ ਅਸੀਂ how to give to others, how to live for others। ਅੱਜ ਡਾਕਟਰਸ, ਨਰਸਿਸ, ਪੁਲਿਸ ਵਾਲੇ ਔਰ ਉਥੇ ਹਸਪੀਟਲ ਦੇ ਉਥੇ ਜਮਾਦਾਰ ਜਿਹੜਾ ਕੂੜਾ ਚੁੱਕ ਰਿਹਾ ਉਹਨੂੰ ਸਭ ਤੋਂ ਜ਼ਿਆਦਾ ਖਤਰਾ ਹੈ, ਪਰ ਉਹ they are living for others। ਅਸੀਂ ਇਹ ਨਾ ਸੋਚੀਏ ਕਿ ਸਿਰਫ ਤਨਖਾਹ ਵਾਸਤੇ ਮਜਬੂਰਨ ਕਰ ਰਹੇ ਨੇ। ਸਾਨੂੰ ਕੋਈ ਕਵੇ ਤੈਨੂੰ ਮੈਂ 10 ਲੱਖ ਰੁਪਏ ਦਿੰਦਾ ਮਹੀਨੇ ਦੇ ਔਰ ਤੂੰ ਉੱਥੇ ਹਸਪੀਟਲ ਦੇ ਉੱਥੇ ਕੂੜਾ ਚੁੱਕ, ਤਾਂ ਮੈਂ ਡਰਦਾ ਹੀ ਰਹਿ ਜਾਵਾਂਗਾ ਕਿ ਹਾਏ ਪਤਾ ਨਹੀਂ ਕਿੱਥੋਂ ਕਰੋਨਾ ਮੈਨੂੰ ਟੱਚ ਹੋ ਜਾਏਗਾ ਕਿਸਾ। ਇਟਸ ਨਾਟ ਈਜ਼ੀ। ਸੋ ਹਾਊ ਟੂ ਲਿਵ ਫॉर ਅਦਰਸ, how to share with others, how to give to others, how to sacrifice for others, ये संतोखी अवस्था है। ठीक है जी। सो दुनिया का कोई भी धर्म जो सानू संतोखी बनना सिखा रहा है ना, ਤਾਂ ਇਸ ਨੂੰ यूनिवर्सल ब्रदरहुड कहते हैं। एक पिता एक असके हम बारक कहते हैं, we all are children of God कहते हैं। जेड़ा धर्म है सिखा रहा हमारे धार्मिक स्थान पर आओ, ये वाले कर्मकांड करो, तुमको ये वाली दुनियावी वर्ल्डली सक्सेस मिलेगी, वो साडे मन नूं भुखा कर रहा है। जो भी धार्मिक स्थान, जो भी पाठ करके मैटीरियल वर्ल्ड प्राप्त करन दी सक्सेस, वो सानू तृष्णा दे जंगल विच पा रहे ने। वो साडे मन दी भुख दे तंदूर विच होर लकड़ा पा रहे ने। ਇਹਦਾ मतलब धार्मिक स्थान पर जाके भगवान से, गॉड से, वागुरु से, खुदा से मटेरियल वर्ड नहीं मांगते हैं। वहां पता क्या मांगते हैं? विन तुद हो ये मंगना, विन तुद हो ये मंगना, सिर दुखा के दुख, सिर दुखा के दुख जी मंगना। उनकी मंगिए धार्मिक स्थान ते जाके है दुनिया के लोगों, ਉਹ ਸਾਰੀ ਦੁਨੀਆ ਦੇ ਸੱਜਣੋਂ ਧਾਰਮਿਕ ਸਥਾਨ ਤੇ ਜਾਂ ਘਰ ਬੈਠ ਕੇ ਵੀ ਰੱਬ ਕੋਲੋਂ ਪ੍ਰਾਰਥਨਾ ਕਰਕੇ ਅਰਦਾਸ ਕਰਨੀ ਹੋਏ ਨਾ, ਤਾਂ ਪਤਾ ਕੀ ਮੰਗੀਦਾ ਹੈ? ਦੇ ਨਾਮ ਸੰਤੋਖੀਆ ਦੇ नाम संतोखिया उतरे मन की, उतरे मन की। जे मंगना ही है रब कोलो, कंटेंटमेंट मंगो, संतोख मंगो, ता रब सुनदा है। सत संतोख होवे अरदास,
ता सुन सद बहाले पास, अगर तू भगवान से, गॉड से कंटेंटमेंट मांगा है ना, तो वो सुन भी लेता है, तेरे को गले से लगा भी देता है, और तूने कंटेंटमेंट मांगी तेरे को दे भी देता है। वरना सिर दुखा के दुख असी दुखी रवांगे। सो कोरोना च हुण पता की होएगा, ਅਸੀਂ ਘੱਟ ਕੱਪੜੇ ਪਾਵਾਂਗੇ, ਸ਼ਾਪਿੰਗ ਕਰਾਂਗੇ, ਘੱਟ ਖਾਵਾਂਗੇ, ਵਿਆਹ ਸ਼ਾਦੀ ਦੇ ਦਾਅਵੇ ਛੋੜ ਦੇਾਂਗੇ, ਹੈ ਨਾ। ਇਹ ਸਾਰਾ ਕੁਝ ਸਮਾਜ ਅੰਦਰ ਚੇਂਜ ਹੁੰਦਾ ਜਾਏਗਾ, ਪਰ ਚੇਂਜ ਤੋਂ ਅਸੀਂ ਦੁਖੀ ਨਹੀਂ ਹੋਵਾਂਗੇ, ਕਿਉਂਕਿ ਸਾਡੇ ਕੋਲ ਕੰਟੈਂਟਮੈਂਟ ਦੀ ਅਵਸਥਾ ਹੈ। फाइन। इस तरह ਅਸੀਂ ਜਦੋਂ ਇਹ ਅਵਸਥਾ ਸਿੱਖਦੇ ਜਾਂਦੇ ਹਾਂ ਨਾ, ਇਹ ਅਵਸਥਾ ਸਿੱਖ ਕੇ ਸਾਨੂੰ ਸਟੇਬਿਲਿਟੀ ਆਂਦੀ ਜਾਂਦੀ ਹੈ, ਸਾਡੀ ਟੋਲਰੈਂਸ ਵੱਧਦੀ ਜਾਂਦੀ ਹੈ, ਅਸੀਂ ਦੂਸਰਿਆਂ ਵਾਸਤੇ ਜੀਣਾ ਸ਼ੁਰੂ ਕਰ ਦਿੰਦੇ ਹਾਂ। ਇਹ ਅਸੀਂ ਘਰੋਂ ਪ੍ਰੈਕਟਿਸ ਸ਼ੁਰੂ ਕਰਨੀ ਹੈ, ਇਹ ਪ੍ਰੈਕਟਿਸ ਸਾਨੂੰ ਸਮਾਜ ਵਿੱਚ ਕਰਨੀ ਹੈ, ਇਹ ਪ੍ਰੈਕਟਿਸ ਦਾ ਬਿਹੇਵੀਅਰ ਸਾਨੂੰ ਇੱਕ ਦੂਜੇ ਦੇ ਨਾਲ ਕਰਨਾ ਹੈ। ਸਾਨੂੰ ਹਮੇਸ਼ਾ ਵਾਸਤੇ ਖੇੜਾ ਆ ਜਾਏਗਾ। ਸੋ दूध पियो गोबिंदे राय ਦਾ ਡੈਸਟੀਨੇਸ਼ਨ ਹੈ, ਨਾਮੇ ਦੇਖ ਨਾਰਾਇਣ ਹੱਸੈ। ਜੋ ਹੀ ਮਨ ਦੁੱਧ ਪੀ ਕੇ ਕੰਟੈਂਟਡ ਹੋ ਜਾਂਦਾ ਨਾ, ਵਿਜ਼ਡਮ ਦਾ ਦੁੱਧ ਪੀ ਕੇ, ਤਾਂ ਇਹਦੀ ਹਮੇਸ਼ਾ ਖੇੜੇ ਵਾਲੀ ਅਵਸਥਾ ਬਣ ਜਾਂਦੀ ਹੈ। ਸੋ ਇਫ ਐਨੀਬਡੀ on this earth wants to be happy forever, he has to practice contentment. He or she or whosoever, दुनिया ਦਾ ਕੋਈ ਮਨੁੱਖ कंटेंटमेंट प्रैक्टिस करेगा ना, संतोख, वो हमेशा वास्ते हैप्पी, विकास, खेड़ा, प्लीज्ड अवस्था मान सकेगा। ठीक है जी। हुण साडे कोल 20-25 मिनट या 30 मिनट बचे क्वेश्चन आंसर वास्ते, प्लीज। मैं सत श्री अकाल जी, वाहिगुरू जी का खालसा वाहिगुरू जी की फतेह। वीर जी, थोड़ी जी फेडेड मेमोरी हैगी, लेकिन जब ये संतोख वाले सेमिनार के अंदर इसका जब कंक्लूजन की बात चल रही थी या आंसर्स की बात चल रही थी, तब वहां पे कोई एक आया था कि थन को धोने की बात की गई थी। क्या आप उसको थोड़ा सा एक्सप्लेन कर सकते हैं? मैंने किस कॉन्टेक्स्ट में कहा था मैं अभी इसको रिकॉल नहीं कर सकता, पर आपको मैं रिक्वेस्ट कर रहा हूं कि आप उसको पूरा सुनना, और सुनने के बाद आप मुझको कॉल करके या वॉइस मैसेज करके मुझे भी बताना कि वो थन को धोने वाली, क्योंकि मैं सेमिनार पे स्पॉन्टेनियस बड़े सारे डायमेंशंस को लेता हूं ताकि मैं अपने पॉइंट को जस्टिफाई कर सकूं या कॉमन मैन को समझ आ सके। जी जी, हाँ, वो ये कुछ गाय के दूध की बात करी गई थी और थनों को धोने की थी। मैं एक बार सुन के आपको फोन करता हूँ जी। हाँ जी, ये हो सकता है कि मेरे को जोगी ने बताया था कि अमेरिका में, मैंने उसको पूछा कि इंडिया में तो जब गाय या भैंस का दूध निकालते हैं तो उसको पानी से उसके थनों को धोते थे, भाई वो गंदा होगा। तो उसके लिए उसने मेरे को बताया था कि वहां पर ऑटोमेटिकली वो उसके साथ दूध को निकालने की मशीनें जो लगी होती हैं, वहां पर कुछ पाइप से पहले पानी भी आता है, तो उसको पहले साफ कर लेते हैं। तो कंटेंटमेंट वाले टॉपिक में वो बाहर वाले गाय या भैंस का दूध निकालने वाली बात की गई होगी, पर मेरे को अब ये डायमेंशन इस टाइम, क्योंकि मैं स्पॉन्टेनियस बोलता हूँ और प्री प्लान्ड नहीं होता, सिर्फ कुछ पॉइंट्स हमारे उस पे होते हैं। तो अगर जोगी सुन रहे होंगे तो जोगी मेरे साथ शेयर कर सकते हैं अभी आप सबके साथ। Jogi Viji is with us. Jogi Viji, if you are not driving, if you would like to share regarding this with us. Okay, Viji. I think the Jogi Viji is okay. So
ਸਾਹਿਬ ਜੀ ਹੈਗੇ ਨੇ ਜੋਗੀ ਵੀਰ ਜੀ ਦੇ ਨਾਲ। ਸਾਹਿਬ, would you like to share something with us? Actually, love बारिश लियो सो वो मतलब आपकी याद नहीं है actually ਡੈਡੀ ਡਰਾਈਵ ਕਰ ਰਹੇ ਨੇ ਪਰ ਤੁਸੀਂ ਦੁਬਾਰਾ ਸਵਾਲ ਰਿਪੀਟ ਕਰ ਸਕਦੇ ਹੋ ਜਿਹੜਾ ਤੁਸੀਂ ਪੁੱਛ ਰਹੇ ਹੋ? Viji, can you share question with Sahib? हाँ जी, एक्चुअली ना वो वीर ने कुछ उसमें सॉल्यूशंस के जब टॉपिक पे जाते हैं ना, तो वहां पे कुछ गाय के थनों से कुछ दूध का रिलेशन था, जैसे कि दूध पियो गोविंदे राय, तो कुछ गुणों के दूध के बारे में बात चल रही थी और तृष्णा के पानी से थनों को धोने की कुछ बात चल रही थी। तो उस टॉपिक को एक्चुअली मैं क्लियरली समझ नहीं पाया था, तो क्वेश्चन वहां से आया था। अच्छा, मैं आप कौन बोल रहे हैं? नवजोत वीर जी इंदौर तो। अच्छा, नवजोत जी इंदौर से आप बोल रहे हैं। आपने उसको सुना, आपका उसमें इंटरेस्ट है, तो मैं कोशिश करूंगा कि आप भी उसको सुनना, फिर मैं उस लिंक को दोबारा से सुन के आपके साथ शेयर करूंगा। जी 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 जी, थैंक यू जी। थैंक यू नवजोत जी। ਸੋ ਸਾਡੇ ਨਾਲ ਮਾਸੀ ਜੀ ਹੈਗੇ ਨੇ ਵੀਰ ਜੀ, ਉਹ ਤੁਹਾਡੇ ਨਾਲ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦੇ ਨੇ। ਆਈ ਵੁੱਡ ਰਿਕੁਐਸਟ ਕਿ ਉਹ ਪਲੀਜ਼ ਆਪਣਾ ਸਵਾਲ ਵੀਰ ਜੀ ਨਾਲ ਰੱਖਣ। ਜੀ ਹਰਜੀਤ ਮਾਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। मेरी आवाज आ रही है? आ रही है जी। नहीं, मेरा कोई सवाल नहीं है, मैं तो शेयरिंग करना सीगा कि एक कंटेंटमेंट एक रब्बी गुण है ਜਿਹਦੇ ਵਿੱਚ ਆਨੰਦਿਤ ਹੋ ਜਾਂਦਾ ਹੈ ਇਨਸਾਨ, ਖੁਸ਼ ਹੋ ਜਾਂਦਾ ਹੈ। ਔਰ ਇਸ ਦੇ ਇਲਾਵਾ ਕੋਈ ਹੋਰ ਇਸ ਆਈ ਥਿੰਕ ਸ੍ਰਿਸ਼ਟੀ ਵਿੱਚ ਕੋਈ ਹੋਰ ਗੁਣ ਨਹੀਂ ਹੈ। ਇਹ ਸਭ ਤੋਂ ਵੱਡਾ ਗੁਣ ਹੈ। ਔਰ ਇਹਦੇ ਵਿੱਚ ਨਾ ਸਾਨੂੰ ਥੈਂਕਫੁਲਨੈਸ ਦੀ ਫੀਲਿੰਗ ਆ ਜਾਂਦੀ ਹੈ। ਰੈਟ ਰੇਸ ਵਿੱਚ ਅਸੀਂ ਪਏ ਹੋਏ ਹਾਂ, ਹਰ ਵਕਤ ਇਹ ਚਾਹੀਦਾ ਇਹ ਚਾਹੀਦਾ। ਮੇਰੇ ਮਾਂ-ਬਾਪ ਨੇ ਮੈਨੂੰ ਬੜਾ ਕੁਝ ਸਿਖਾਇਆ। ਮੇਰੀ ਮਦਰ ਨੇ ਮੈਨੂੰ ਇਹ ਸਿਖਾਇਆ ਕਿ ਕਿਸ ਤਰ੍ਹਾਂ ਸ਼ੁਕਰਗੁਜ਼ਾਰ ਹੋਣਾ ਹੈ। थैंकफुलनेस ਵਿੱਚ ਆਉਣਾ ਹੈ। ਕੰਪਲੇਂਟ ਰਿਗਰੈਟ। ਮੇਰੇ ਮਦਰ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਅੰਨ, ਪਾਣੀ, ਨੂੰ ਕੱਪੜਾ, ਇੱਕ ਸ਼ਬਦ ਵੀ ਹੈ ਅੰਨ, ਪਾਣੀ, ਕੱਪੜ ਪਹਿਨਣ, ਬਰਤਨ ਕੋ ਪਾਣੀ, ਇਸ ਤਰ੍ਹਾਂ ਆਲ ਬੇਸਿਕ ਥਿੰਗਸ ਦਿੱਤੀਆਂ ਨੇ। ਬਹੁਤ ਖੂਬਸੂਰਤ ਸ੍ਰਿਸ਼ਟੀ ਦਿੱਤੀ ਰੱਬ ਜੀ ਨੇ ਸਾਨੂੰ, ਜਿਸ ਵਿੱਚ ਹਰ ਚੀਜ਼ ਬਹੁਤ ਖੂਬਸੂਰਤ ਹੈ। ਜਾਨਵਰ, ਪੰਛੀ, ਨੇਚਰਲ ਜਿਹੜੀ ਪਲਾਂਟਸ ਨੇ, ਐਵਰੀਥਿੰਗ ਬਹੁਤ ਖੂਬਸੂਰਤ ਦਿੱਤਾ ਹੈ ਨਾ। ਤੇ ਨਾ ਸ਼ੁਕਰ ਮਨਾਉਣਾ ਚਾਹੀਦਾ ਬਸ ਸਾਨੂੰ ਪ੍ਰੈਕਟੀਕਲੀ ਹਰ ਵੇਲੇ ਹਰ ਚੀਜ਼ ਲਈ। ਅਸੀਂ ਥੈਂਕਫੁਲ ਰਵਾਂਗੇ ਨਾ ਤੇ ਸਾਡੇ ਦਿਲ ਵਿੱਚੋਂ ਦੁਆਵਾਂ ਨਿਕਲਣਗੀਆਂ, ਦੂਜੇ ਵਾਸਤੇ ਵੀ ਦੁਆਵਾਂ ਨਿਕਲਣਗੀਆਂ। ਔਰ ਮਨ ਵਿੱਚ ਖੇੜਾ ਰਹੇਗਾ ਹਰ ਵਕਤ। ਮੇਰਾ ਹਟਾ ਕੇ ਸਾਨੂੰ ਹਰ ਵੇਲੇ ਸਾਡਾ ਕਹਿਣਾ ਪਏਗਾ। ਸ਼ੇਅਰਿੰਗ ਔਰ ਕੇਅਰਿੰਗ ਚ ਬਿਲੀਵ ਕਰੋ, ਇਹ ਗੁਣ ਹੰਡਾਓ। ਸ਼ੁਕਰ ਹੈ ਮੈਂ ਦੇਣ ਵਾਲਿਆਂ ਚੋਂ ਹਾਂ, ਚਾਹੇ ਇੱਕ ਸਮਾਈਲ ਹੀ ਦੇ ਦਿਆਂ। ਥੈਂਕ ਯੂ ਗॉड, ਥੈਂਕ ਯੂ ਵੀਰ ਜੀ, ਥੈਂਕ ਯੂ ਅਮਨ ਜੀ, ਆਪ ਸਭ ਦਾ ਬਹੁਤ ਬਹੁਤ ਥੈਂਕਸ। ਹਾਂਜੀ ਮਾਸੀ ਜੀ, ਥੈਂਕਸ ਫॉर ਸ਼ੇਅਰਿੰਗ। ਤੁਹਾਡੇ ਪੁਆਇੰਟ ਚੋਂ ਇਹ ਨਿਕਲ ਕੇ ਆਇਆ ਕਿ ਜਿੰਨਾ ਅਸੀਂ ਸ਼ੁਕਰ ਕਰਦੇ ਆ ਨਾ, ਉਤਨਾ ਸ਼ੁਕਰ ਕਰਨ ਵਾਲੀ ਅਵਸਥਾ 'ਚ ਸਾਨੂੰ ਸੰਤੋਖ ਸਾਡੇ ਅੰਦਰ ਕਿਕ ਇਨ ਹੁੰਦਾ ਹੈ, ਸਾਡੇ ਅੰਦਰ ਵੱਧਦਾ ਜਾਂਦਾ ਹੈ। ਥੈਂਕਸ ਫॉर ਸ਼ੇਅਰਿੰਗ। ਪਰ ਅੱਜ ਦੇ ਟੌਪਿਕ ਅੰਦਰ ਨਾ ਅਸੀਂ ਜਿੱਥੇ ਇਸ ਨੂੰ ਕਾਮਨ ਮੈਨ ਦੀ ਲੈਂਗੁਏਜ ਸਮਝਾਂਗੇ ਤਾਂ ਜਦੋਂ ਤੁਮ ਪੇਖਤ ਸ਼ੋਭਾ ਮੇਰੇ ਆਂਗਨ, ਸੋ ਜਦੋਂ ਮੇਰੇ ਹਿਰਦੇ 'ਚ, ਮੇਰੇ ਹਿਰਦੇ ਵਿਹੜੇ ਵਿੱਚ ਖੇੜਾ ਆ ਗਿਆ ਨਾ ਜੀ, ਤਾਂ ਮੈਂ ਸਾਰੀ ਦੁਨੀਆ ਨੂੰ ਐਕਸੈਪਟ ਕਰ ਸਕਦਾ।
ਸਾਰੀ ਦੁਨੀਆ ਵਾਸਤੇ ਜੀ ਸਕਦਾ, ਸਾਰੀ ਦੁਨੀਆ ਵਾਸਤੇ ਮਰ ਸਕਦਾ, ਸਾਰੀ ਦੁਨੀਆ ਦੇ ਨਾਲ ਆਪਣੇ ਚੰਗੇ ਗੁਣਾਂ ਤੋਂ ਲੈ ਕੇ, ਆਪਣੀ ਨੌਲੇਜ ਤੋਂ ਲੈ ਕੇ, ਆਪਣਾ ਕੁਝ ਵੀ ਜੋ ਮੇਰੇ ਕੋਲ ਹੈ ਉਹ ਮੈਂ ਸ਼ੇਅਰ ਕਰ ਸਕਦਾ। ਤਾਂ ਇਸ ਅਵਸਥਾ ਦੇ ਅੰਦਰ ਨਾ ਵਿਕਾਸ ਆ ਜਾਂਦਾ ਹੈ। ਟਰੂ ਵੀਰ ਜੀ, ਦੇਣ 'ਚ ਬੜਾ ਮਜ਼ਾ ਆਉਂਦਾ ਹੈ। ਮੈਨੂੰ ਇਹ ਚੀਜ਼ ਦਾ ਰਿਅਲਾਈਜ਼ੇਸ਼ਨ ਹੈ ਕਿ ਕਿਸੇ ਨੂੰ ਕੁਝ ਵੀ ਦਿਓ, ਉਸ 'ਚ ਬੜਾ ਮਜ਼ਾ ਆਉਂਦਾ ਹੈ। ਔਰ ਮਨ ਕਰਦਾ ਹੈ ਕਿ ਸਾਡੇ ਕੋਲ ਸ਼ਾਇਦ ਇਸ ਦੀ ਕੁਝ ਐਸੀਆਂ ਚੀਜ਼ਾਂ ਹੋਣ ਜਿਹੜੀਆਂ ਕਿ ਅਸੀਂ ਕਿਸੇ ਨੂੰ ਵੀ ਦੇ ਸਕੀਏ। ਜਿਸ ਤਰ੍ਹਾਂ ਮੈਂ ਤੇ ਇੱਥੇ ਤੱਕ ਕਹਿੰਦੀ ਹਾਂ, ਅਸੀਂ ਅਗਰ ਆਪਣਾ ਖੂਨ ਤੱਕਣ ਦੇ ਸਕੀਏ, ਜਿਹੜੇ ਲੋਕ ਬਲੱਡ ਵੀ ਡੋਨੇਟ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਅੱਜ ਦੀ ਡੇਟ ਵਿੱਚ, ਉਹ ਕੀ ਕੁਝ ਨਹੀਂ ਹੋ ਰਿਹਾ। ਔਰ ਵੈਸੇ ਵੀ ਅਦਰਵਾਈਜ਼ ਵੀ ਜਿਸ ਤਰ੍ਹਾਂ ਮੈਂ ਆਪਣੀ ਮਦਰ ਤੋਂ ਸਿੱਖਿਆ, ਉਹ ਹਰ ਵਕਤ ਇਹੀ ਸਿੱਖਦੇ ਸਨ ਕਿ ਤੁਸੀਂ ਦੇਣ ਵਾਲਿਆਂ ਚੋਂ ਬਣੋ। ਔਰ ਕੋਈ ਚੀਜ਼ ਨਹੀਂ ਹੈ ਨਾ ਤੁਹਾਡੇ ਕੋਲ ਤੇ ਬਸ ਇੱਕ ਸਮਾਈਲ ਹੀ ਦੇ ਦਿਓ। ਥੈਂਕ ਯੂ ਤੁਹਾਨੂੰ ਦੇਖ ਕੇ ਦੂਸਰਾ ਵੀ ਬੰਦਾ ਸਮਾਈਲ ਕਰੇਗਾ, ਉਹ ਗੁੱਸਾ ਨਹੀਂ ਕਰੇਗਾ ਅੱਗੋਂ। ਪਰ ਡੇ ਬਾਏ ਡੇ ਤੁਸੀਂ ਹੋਰ ਕਮਾਓਗੇ। ਆਈ ਥਿੰਕ ਮੈਨੂੰ ਤੇ ਇਹ ਗੱਲ ਅੱਜ ਤੱਕ ਯਾਦ ਹੈ ਆਪਣੇ ਮਦਰ ਦੀ। ਔਰ ਤੁਹਾਡੀਆਂ ਗੱਲਾਂ ਤੇ ਤੁਹਾਡੇ ਗੁਣ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ, ਉਹਦੇ ਨਾਲ ਵੀ ਇੱਕ ਦੇ ਬਾਅਦ ਇੱਕ ਦੂਸਰਾ ਗੁਣ ਆਪਣੇ ਆਪ ਆਟੋਮੈਟਿਕ ਆਉਂਦਾ ਜਾਂਦਾ ਹੈ। आई एम हैप्पी कि मैं इस इतने अच्छे ग्रुप नाल कनेक्ट हुई और बहुत कुछ सीखा। थैंक यू वीर जी। ਮਾਸੀ ਜੀ ਥੈਂਕਸ ਫॉर ਸ਼ੇਅਰਿੰਗ। ਹੁਣ ਤੁਹਾਡੇ ਤੇ ਜਿਹੜਾ ਪੁਆਇੰਟ ਹੈ ਨਾ, ਇਹ ਸਾਨੂੰ ਸਾਰਿਆਂ ਨੂੰ ਸਮਝ ਆ ਜਾਣਾ ਚਾਹੀਦਾ ਹੈ, ਸਾਰਿਆਂ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਪਰ ਜਦੋਂ ਅਸੀਂ ਹੁਣ ਇਸ ਟੌਪਿਕ ਨੂੰ ਸਮਝ ਰਹੇ ਹਾਂ ਤਾਂ दूध पियो गोबिंदे राय, दूध पियो मेरो मन पत्याए, नहीं ਤਾਂ ਘਰ ਕੋ ਬਾਪ ਰਿਸਾਏ। ਬਾਪ ਰਿਸਾਏ ਦਾ ਮਤਲਬ ਹੁੰਦਾ ਸਾਡੇ ਚੋਂ ਸੰਤੋਖ ਆਸਤਾ ਆਸਤਾ ਕਰਕੇ ਚਲਾ ਨਾ ਜਾਏ। ਉਹਦਾ ਦੇ ਕੇ ਜਿਹੜੀ ਖੁਸ਼ੀ ਮਿਲਦੀ ਹੈ, ਕਿਸੇ ਵਾਸਤੇ ਕੁਝ ਕਰਕੇ ਜੋ ਖੁਸ਼ੀ ਮਿਲਦੀ ਹੈ, ਉਹ ਕੰਟੈਂਟਮੈਂਟ ਦੀ ਹੀ ਅਵਸਥਾ ਹੈ। ਬਟ ਜੇ ਉਹਦੇ ਬਦਲੇ ਵਾਵਾ ਦੀ ਭੁੱਖ ਹੈ, ਜੇ ਉਹਦੇ ਬਦਲੇ ਦੂਜੇ ਨੇ ਮੈਨੂੰ ਥੈਂਕ ਯੂ ਕਿਉਂ ਨਹੀਂ ਕੀਤਾ, ਜੇ ਉਹਦੇ ਬਦਲੇ ਦੂਜੇ ਮੇਰੀ ਐਕਨੋਲੇਜ ਕਿਉਂ ਨਹੀਂ ਕਰਦੇ, ਦੂਜੇ ਮੇਰੀ ਐਪਰੀਸ਼ੀਏਟ ਕਿਉਂ ਨਹੀਂ ਕਰਦੇ। ਕਈ ਵਾਰੀ ਕਈ ਲੋਕੀ ਕਹਿੰਦੇ ਨੇ ਤੁਹਾਡੇ ਵਾਸਤੇ ਹਮੇਸ਼ਾ ਕਰਦੇ ਆ, ਤੁਸੀਂ ਕਦੇ ਸੁੱਕੇ ਮੂੰਹ ਨਾਲ ਵੀ ਨਹੀਂ ਥੈਂਕ ਯੂ ਕੀਤਾ। ਪਰ ਵੀਰ ਜੀ ਅਸੀਂ ਤੇ ਦੂਸਰੇ ਤੋਂ ਐਕਸਪੈਕਟ ਹੀ ਨਹੀਂ ਕੁਝ ਕਰਨਾ ਨਾ। ਤੁਸੀਂ ਤੇ ਇਹ ਹੀ ਸਿਖਾਇਆ ਕਿ ਐਕਸਪੈਕਟੇਸ਼ਨਸ ਇਸ ਤਰ੍ਹਾਂ ਦੀਆਂ ਕਰਨੀਆਂ ਨਹੀਂ, ਔਰ ਦੂਜੇ ਨੂੰ ਅਸੀਂ ਕਰੈਕਟ ਵੀ ਨਹੀਂ ਕਰ ਸਕਦੇ। ਸੋ ਵੀ ਆਰ ਸੈਟੀਸਫਾਈਡ। ਯੈਸ, ਇਹੀ ਪੁਆਇੰਟ ਮਾਸੀ ਜੀ ਇਹਦੇ ਅੰਦਰ ਸਮਝਣ ਵਾਲਾ ਹੈ ਕਿ ਜਦੋਂ ਦੂਜਿਆਂ ਵਾਸਤੇ ਅਸੀਂ ਕਰਦੇ ਹਾਂ ਤੇ ਮੈਨੂੰ ਰਿਟਰਨ ਦੀ ਕੋਈ ਭਾਵਨਾ ਨਹੀਂ ਹੋਣੀ ਚਾਹੀਦੀ। ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਪਰ ਤੁਝੇ ਥੈਂਕ ਯੂ ਕਹਿ ਦਿੰਦੇ ਤੇ ਅੱਛਾ ਲੱਗਦਾ ਹੈ, ਇਸ ਕਰਕੇ ਕਹਿ ਦੇ ਤੇ ਵੈਰੀ ਗੁੱਡ, ਨਹੀਂ ਕਹੇ ਤਾਂ ਵੀ ਕੋਈ ਗੱਲ ਨਹੀਂ। ਨਹੀਂ, ਪਰ ਜੇ ਉਹਨੇ ਥੈਂਕ ਯੂ ਨਹੀਂ ਕਿਹਾ ਤਾਂ ਪਤਾ ਕੀ ਹੋਏਗਾ, ਸਾਡੇ ਮਨ ਜਿਹੜੀ ਸਟੇਬਿਲਿਟੀ ਹੈ ਨਾ, ਅਨਪਾਵਨੀ ਭਗਤ ਨਹੀਂ ਉਪਜੀ ਵਾਲੀ ਏਮ ਹੋ ਜਾਏਗੀ। ਅਸੀਂ ਅੰਦਰੋਂ ਡਿਸਟਰਬ ਹੋ ਜਾਾਂਗੇ ਕਿ ਇਹਨੇ ਮੇਰੀ ਕੀਤੀ ਨੂੰ ਜਤਲਾਇਆ ਹੀ ਨਹੀਂ, ਇਹਨੇ ਮੇਰਾ ਥੈਂਕ ਯੂ ਹੀ ਨਹੀਂ ਕੀਤਾ, ਇਹਨੇ ਪਰਵਾਹ ਹੀ ਨਹੀਂ ਕੀਤੀ, ਇਹਨੂੰ ਤੇ ਕੀਮਤ ਹੀ ਨਹੀਂ ਹੈ ਮੇਰੇ ਕੀਤੇ ਦੀ। ਤਾਂ ਫਿਰ ਨਾ ਗੜਬੜ ਹੋ ਜਾਏਗੀ। ਦੂਜਾ ਕਰੇ ਮੈਂ ਕਰਕੇ ਉਹਨੂੰ ਰੈਲਿਸ਼ ਕਰਦਾ ਹਾਂ, ਇਸੀ ਨੂੰ ਤੇ ਸੰਤੋਖ ਕਹਿੰਦੇ ਨੇ। ਹਾਂਜੀ ਠੀਕ ਹੈ ਜੀ, ਥੈਂਕਸ। ਬਿਲਕੁਲ ਠੀਕ। ਹਾਂਜੀ, ਥੈਂਕ ਯੂ। ਥੈਂਕ ਯੂ ਮਾਸੀ ਜੀ। ਥੈਂਕ ਮਨ ਜੀ ਸਾਡੇ ਕੋਲ ਆਨਲਾਈਨ ਵੀ ਕੁਐਸਚਨ ਆਇਆ ਹੈ ਤੇ ਉਹ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਕਿ ਹਾਊ ਟੂ ਪ੍ਰੈਕਟਿਸ ਕੰਟੈਂਟਮੈਂਟ ਐਟ ਆਫਿਸ if boss keeps burdening you with work just because you finish the work efficiently, should we resist or have sabr? ਇਹ ਆਫਿਸ ਦੇ ਅੰਦਰ ਜੋ ਸਭ ਕੁਝ ਹੋ ਰਿਹਾ ਨਾ, ਅਸੀਂ ਕੈਪੀਟਲਿਜ਼ਮ ਦੇ ਇਸ ਵੇਲੇ ਵਿਕਟਿਮ ਸਾਰੇ। ਪਰ ਅਸੀਂ ਸੰਤੋਖ ਜਿਹੜਾ, ਅਮਨ ਜੀ ਤੁਸੀਂ ਸਕਰੀਨ ਤੇ ਸੀ ਉਹਨੇ ਜੀ, ਮੈਂ ਸਕਰੀਨ ਤੇ ਹੀ ਹਾਂ ਵੀਰ ਜੀ। I am with you। ਨਹੀਂ, I want to see you। ਮੈਂ ਸਕਰੀਨ ਤੇ ਕਿੱਧਰ ਦੇਖਾਂ? ਮੈਂ ਸਕਰੀਨ ਤੇ ਆਪਣੇ ਆਪ ਨੂੰ ਨਹੀਂ ਦੇਖ ਸਕਦਾ, ਮੈਂ ਤੁਹਾਨੂੰ ਦੇਖਣਾ ਹੈ। I am with you, means we are on the same screen। ਵੀਰ ਜੀ ਲੈਫਟ ਸਾਈਡ पे गैलरी व्यू है, गैलरी व्यू पे क्लिक करो
तब सारे दिख जाएंगे आपको। ਵੀਰ ਜੀ ਤੁਹਾਨੂੰ ਗੈਲਰੀ ਵਿਊ ਤੇ ਨਾ ਉਹ ਦੇਖਣਾ ਪਏਗਾ ਬਿਕੋਜ਼ ਆਈ ਕੈਨ ਸੀ ਯੂ। ठीक है अमन जी, ਤੁਸੀਂ ਇਸ ਵੇਲੇ ਸਕਰੀਨ ਤੇ ਮੇਰੇ ਨਾਲ ਲੋ। ਠੀਕ ਜੀ। मैं ना ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਕਦੀ ਦੇਖਿਆ ਸੁਣਿਆ ਜਾਂ ਫਿਲਮਾਂ 'ਚ ਦੇਖਿਆ ਹੋਏਗਾ, ਕਈ ਵਾਰੀ ਘਰਾਂ 'ਚ ਜਿਹੜੇ ਮਾਂ ਜਾਂ ਸੱਸ ਜਾਂ ਨਨਾਣ ਜਾਂ ਭਰਜਾਈ ਜਾਂ ਦਰਾਣੀ ਜਾਂ ਜਠਾਣੀ ਜਾਂ ਵੋਟੀ, ਜੀ ਇਹਨਾਂ 'ਚੋਂ ਕਈ ਵਾਰੀ ਉਹ ਬਹੁਤ ਅਪਸੈਟ ਹੋ ਜਾਂਦੀਆਂ ਨੇ। ਰਾਈਟ ਕਰੈਕਟ। ਰਾਈਟ। ਫਿਰ ਅਸੀਂ ਤੁਹਾਡੇ ਆਫਿਸ ਦਾ ਕੁਐਸਚਨ, ਫਿਰ ਉਹਨਾਂ ਦੇ ਘਰ ਦਾ ਕੁਐਸਚਨ, ਰਾਈਟ, ਫਿਰ ਸਕੂਲ ਦੇ ਬੱਚੇ ਦੇ ਆਫਿਸ ਸਕੂਲ ਹੋਮਵਰਕ ਦੇ ਬਰਡਨ ਦਾ ਕੁਐਸਚਨ। ਆਈ ਗਾਟ ਇਟ ਵੀਰ ਜੀ। ਹਾਂ, ਹੁਣ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਨਾ ਸੰਤੋਖੀ ਸਟੇਟ ਆਫ ਮਾਈਂਡ, ਕੰਟੈਂਟਮੈਂਟ ਦੀ ਅਵਸਥਾ ਔਰ ਟੋਲਰੈਂਸ ਸਿੱਖ ਰਹੇ ਹਾਂ। ਜੋ ਪ੍ਰੈਕਟਿਸ ਕਰੇਗਾ ਨਾ ਜੀ ਉਹ ਭਾਵੇਂ ਘਰ ਦੀ ਮਾਂ, ਵੋਟੀ, ਦਰਾਣੀ, ਨਨਾਣ, ਜਠਾਣੀ, ਭੈਣ ਹੋਵੇ ਤੇ ਭਾਵੇਂ ਆਫਿਸ ਅੰਦਰ ਕੋਈ ਕੰਮ ਹੋਵੇ, ਸਭ ਜਗ੍ਹਾ ਉਹਨੂੰ ਇਹ ਕੰਟੈਂਟਮੈਂਟ ਵਰਤਣੀ ਆ ਜਾਏਗੀ। ਇਹ ਮੌਕੇ ਤੇ ਉਹਦੇ ਅੰਦਰੋਂ ਨਿਕਲ ਕੇ ਆਏਗਾ ਕ੍ਰੀਏਟਿਵ ਆਈਡੀਆ ਕਿ ਮੈਂ ਟੋਲਰੈਂਸ ਔਰ ਕੰਟੈਂਟਮੈਂਟ ਨੂੰ ਪ੍ਰੈਕਟਿਸ ਕਿਵੇਂ ਕਰਾਂ। ਰਾਈਟ ਵੀਰ ਜੀ। वरना इस क्वेश्चन का आंसर करांगे, फिर दूसरा क्वेश्चन आएगा नहीं मेरा बॉस इतना कराता है, फिर मेरा ये हो जाएगा वो हो जाएगा। फिर उस बाद एक बीबी आ जाएगी, फिर एक ननाण कहेगी मेरी हमेशा जी भरजाई है वो तो शॉपिंग से टुरी रहती है, मैं कम्मा च इतनी दुखी हाँ, मैं काम घर दे काम फिर करा ना करा। इस तरीके नाल आंसर नहीं होंगे। आंसर समझने आज असी रब्बी गुण समझ रहे हैं, संतोख, कंटेंटमेंट एंड टॉलरेंस। ਥੈਂਕ ਯੂ ਵੀਰ ਜੀ। ਵੀਰ ਜੀ ਲਾਸਟ ਟਾਈਮ ਵੀ ਹਰਦੀਪ ਜੀ ਸਾਡੇ ਨਾਲ ਕੁਝ ਕਰਨਾ ਚਾਹੁੰਦੇ ਸੀ ਬਟ ਹੀ ਕੁਡ ਨਾਟ ਸ਼ੇਅਰ, ਸੋ ਫਰਸਟ ਆਈ ਵਿਲ ਰਿਕੁਐਸਟ ਗੁਰਮੀਤ ਵੀਰ ਜੀ ਟੂ ਆਸਕ ਹਿਸ ਕੁਐਸਚਨ, ਦੈਨ we would request Hardeep ji to make a sharing. Ji Gurmeet ji. Vaheguru Khalsa, Vaheguru Ji Fateh. Veer ji, you've explained all aspects of contentment so beautifully, and it was very nice to hear. I have one doubt. I just want to know the relationship between ambition, desire, and contentment. Can an ambitious person be contented? And whether a person should be totally desireless or he can have some desires. ਜਿਹੜੀ ਐਂਬੀਸ਼ਨ ਹੈ ਨਾ, ਐਂਬੀਸ਼ਨ ਹੈ ਕਿਸੇ ਦੀ ਡਾਕਟਰ बनना, ਕਿਸੇ ਦੀ ਇੰਜੀਨੀਅਰ बनना, ਕਿਸੇ ਦੀ ਕੁਛ ਹੈ, ਕਿਸੇ ਦੀ ਕੁਛ ਹੈ। ਪਰ ਜੇ ਸਾਰਿਆਂ ਦੀ ਐਂਬੀਸ਼ਨ ਸੇਮ ਹੋ ਜਾਏ ਕਿ ਮੈਂ ਸਪਿਰਿਚੁਅਲ ਬੀਇੰਗ बनना ਚਾਹੁੰਦਾ, ਫਿਰ ਇਸ ਤੋਂ ਬਾਅਦ ਉਹ ਡਾਕਟਰ ਬਣੇ, ਇੰਜੀਨੀਅਰ ਬਣੇ, ਜੋ ਮਰਜ਼ੀ ਬਣੇ। ਇਹਦਾ ਮਤਲਬ मेन डिजायर ये होनी चाहिए है, कर आशा आयो प्रभ मांगन, मैं भगवान जी आपके पास कंटेंटमेंट मांगने आया। ये डिजायर होनी चाहिए है। करेक्ट। अच्छा, मेरी एम्बिशन है कि मैं इंजीनियर या डॉक्टर बनना चाहता हूँ। फर्ज करो मैं डॉक्टर बनना चाहता हूँ, मेरी एम्बिशन है। अच्छा, डॉक्टर बनने के बाद मेरी डिजायर्स क्या क्या है? मैं हेड ऑफ द डिपार्टमेंट बन जाऊं, मैं सर्जन बन जाऊं, मेरे बड़ा सारे पेशेंट्स हों, मेरे पास बड़ा पैसा आ जाए, फिर मैं एक बढ़िया कार, पोर्श कार रख लूं बाहर, बहुत बढ़िया बंगला हो मेरा। ये सारा कुछ उसे इंटरलिंक हो गया ना। हाँ, अब मेरी एम्बिशन थी कि भाई मैं ना स्पिरिचुअल बीइंग बन जाऊं, आज के सब्जेक्ट में संतोखी बन जाऊं। उस केस में मैं डॉक्टर बना था, आज भी मैं डॉक्टर बना, पर उस केस में मेरा मन कंटेंटेड नहीं था, इसलिए मैंने पता क्या किया, किडनी निकाल के बेच दी। मैंने अननेसेसरी पेशेंट को तंग किया, ये टेस्ट कराओ वो टेस्ट कराओ कर करके मैंने लूटा। आज मार्केट में ऐसी गड़बड़ हो रही है ना। कितनी बड़ी इंडस्ट्री, सारे डॉक्टर नहीं,
लेकिन कितनी बड़ी है इंडस्ट्री जो आज कोरोना में भी कितनी सारी बातें आ रही हैं, पता नहीं कहां पर क्या होगा, कौन सी मार्केटिंग की गेम चल रही है। कंटेंटमेंट नहीं है, एम्बिशन थी कि डॉक्टर बन जाए, अब एम्बिशन होनी चाहिए डॉक्टर बन जाए, पर मेरी एम्बिशन ये होती है कि स्पिरिचुअल बीइंग बनना चाहता हूँ। अगर ये एम्बिशन बन गई ना तो डिजायर्स अकॉर्डिंगली बनती जाएगी। डिजायर करना कि मेरा मकान हो, कार हो, ये पाप तो नहीं है, करेक्ट? राइट। पर मैं डॉक्टर हूं और मेरी बहुत बढ़िया कार है, मैं किसी को टच ही नहीं करने देता। हाँ, अगर मेरे अंदर वो अवस्था है कंटेंटमेंट की, तो मैं जाते जाते रास्ते में 2 मरीज को भी बिठा लूंगा, किसी गरीब को बिठा लूंगा। कहाँ जा रहे हो, आपको उतार दें। अब आज सोशल डिस्टेंसिंग का पंगा शुरू हो जाएगा तो हम अपने बहन भाई के साथ नहीं बैठने को तैयार होंगे, है ना? तो बात दरअसल ये चल रही है, एम्बिशन, डिजायर, डिजायरलेस होना किसी के वश में है ही नहीं है। हमने ये सुना है, मेरी डिजायर्स दूसरों का भला कैसे कर सकती है ना? मेरी डिजायर थी मेरा मकान हो। मेरी वाइफ का ब्रदर जिसको साला बोलते हैं, मैं बर्दाश्त नहीं करूंगा कि वो मेरे घर आए। मैं लड़की थी, मेरी शादी हुई, मैं बर्दाश्त ही नहीं करती कि मेरी ननाण मेरे घर आए। तो डिजायर, एम्बिशन वर्सेस खेड़ा गायब हो गया, वर्सेस संतोख गायब हो गया। मेक सेंस? यस वीजी, वेरी मच। वीजी, थैंक यू। वीजी, how can we be ज्यादा कंटेंटेड और कट कंटेंटेड? कंटेंटेड तो एक मन की अवस्था है, तो ऐसे किस तरह हो सकता है कि एक बंदा ज्यादा कंटेंटेड है, एक बंदा कट कंटेंटेड है? Either you are contented or you are not contented, right? Aptly said, yes। ਇਹ ਜਦੋਂ ਹੁਣੇ ਅਸੀਂ ਸ਼ੇਅਰ ਵੀ ਕਰ ਰਹੇ ਸੀ ਤਾਂ ਮੈਂ ਕਹਿ ਰਿਹਾ ਸੀ ਸਾਡੇ ਅੰਦਰ ਕੰਟੈਂਟਮੈਂਟ ਕਿਕ ਇਨ ਹੋ ਜਾਂਦਾ, ਉਹਦੀ ਉਹ ਵੱਧਦੀ ਜਾਂਦੀ ਹੈ। ਉਹ ਸਿਰਫ ਇੱਕ ਬੋਲਣ ਦੇ ਵੇਗ ਵਿੱਚ ਅਸੀਂ ਇੰਜ ਬੋਲਦੇ ਹਾਂ, ਅਦਰਵਾਈਜ਼ ਕੰਟੈਂਟਮੈਂਟ ਆ ਗਈ ਨਾ ਤਾਂ ਉਹ ਕੰਟੈਂਟਮੈਂਟ ਓਸ਼ਨ ਵਾਂਗੂ ਹੁੰਦੀ ਹੈ। ਓਸ਼ਨ ਦੀ ਇੱਕ ਬੂੰਦ ਨੂੰ ਵੀ ਟੇਸਟ ਕਰ ਲਓ, ਉਹਦੇ ਚੋਂ H2O ਦਾ ਸਵਾਦ ਆ ਜਾਏਗਾ ਔਰ ਉਹ ਸਾਡੀ मन दी तृष्णा दी धरती ते पै जाए तो साडा मन संतोखी हो जाएगा। उन्होंने कहते ने दे नाम संतोखिया। सो कंटेंटमेंट दी कोई डिग्री नहीं होती कि कोई 6% है, कोई 9% है, कोई 100% है। ठीक है, करेक्ट। थैंक यू वीजी। वीजी ते तुसी जेड़ा एम्बिशन और डिजायर बोले इस दे बारे कंक्लूड है कर सकते हैं कि सानू एक ही एम्बिशन होनी चाहिए और एक ही डिजायर होनी चाहिए टू बी स्पिरिचुअली एलिवेटेड। वो हो गया ना, फिर ਅਸੀਂ सारे दुनिया दी कोई भी एम्बिशंस रख लईए ते सारी एम्बिशन ਨੂੰ कवर कर लेंदी है। हाँ, हुने साडे ਅਸੀਂ कंटेंटमेंट नहीं मंगी। कोई डॉक्टर है, कोई इंजीनियर है, कोई वकील है, कोई कुछ है, कोई कुछ है, कोई कुछ है, और सारे एक दूसरे को खिंच रहे हैं, सारे एक दूसरे से लड़ रहे हैं और अपनी अपनी तिजोरी भरते जा रहे हैं, अपने ग्रैंड चिल्ड्रन के लिए छोड़ते जा रहे हैं, लेकिन किसी जरूरतमंद के लिए शेयरिंग कर ही नहीं रहे। राइट। अब मार्केट में हमने एम्बिशन की डेफिनेशन बदलनी है। एम्बिशन होनी चाहिए आई वांट कंटेंटमेंट। ये बचपन से हम ये डिस्कस करना शुरू करते हैं। आप पे डिजायर्स फॉलो करेंगी अकॉर्डिंग टू माई कंटेंटमेंट एम्बिशन। राइट। Thank you, Virji, for the wonderful explanation. Total clarity now. Thank you. Thank you. Thanks a lot, Gurmeet ji. जी हरदीप जी, तुसी प्लीज अपनी शेयरिंग कर सकते हो साथ में। हाँ जी, थैंक यू सो मच। वाहिगुरू जी का खालसा, वाहिगुरू जी की फतेह। सारे नु मेरी आवाज आ रही है? जी आ रही है। हाँ जी वीर जी। हाँ जी वीर जी, आवाज आ रही है ना? जी आ रही है जी। हेलो। हाँ जी ते सारे ने बड़ी अच्छी शेयरिंग की है, वीर जी ने बड़ी अच्छी शेयरिंग की है। बाकी सेमिनार भी अटेंड किया है, सो होर जिन्नी आज शेयरिंग हुई है उनके नाल काफी सारे गल्स होर क्लियर हुए ने। ते हुण जो मैं शेयरिंग करनी सी वो बाय चांस लास्ट 2 क्वेश्चंस विच
ਵੀਰ ਜੀ ਨੇ ਉਹ ਪੁਆਇੰਟਸ ਕਾਫੀ ਹੱਦ ਤੱਕ ਕਲੀਅਰ ਕਰ ਦਿੱਤੇ ਨੇ, ਚਾਹੇ ਉਹ ਡਾਕਟਰਸ ਵਾਲਾ ਸੀ, ਐਂਬੀਸ਼ਨਸ ਵਾਲਾ। ਤੇ ਬਸ ਮੈਂ ਇਹ ਐਡ ਆਨ ਕਰਨਾ ਚਾਹਾਂਗਾ ਕਿ ਕੰਟੈਂਟਮੈਂਟ ਬਾਰੇ ਤੇ ਸਪੈਸ਼ਲੀ ਜੋ ਕਰੰਟ ਸਿਨੈਰੀਓ ਤੋਂ ਬਾਅਦ ਜਿਵੇਂ ਡਾਕਟਰਸ ਦੀ ਅਸੀਂ ਗੱਲ ਕਰਦੇ ਹਾਂ, ਨਾਰਮਲੀ ਕੀ ਹੁੰਦਾ ਹੈ ਕਿ ਡਾਕਟਰਸ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ, ਜਾਂ ਸਪੈਸ਼ਲੀ ਜੋ ਸਪੈਸ਼ਲਿਸਟ ਡਾਕਟਰਸ ਹੁੰਦੇ ਨੇ। ਤੇ ਪਿੱਛੇ ਵੀਰ ਜੀ ਨੇ ਇੱਕ ਹੁਣ ਅੱਜ ਕੱਲ੍ਹ ਵੈਬ ਸੀਰੀਜ਼ ਚੱਲ ਰਹੀ ਹੁੰਦੇ ਸ਼ੇਅਰਿੰਗ ਕੀਤੀ ਸੀ ਕਿ ਜਦੋਂ ਕੰਟੈਂਟਮੈਂਟ ਆ ਜਾਂਦੀ ਹੈ ਫਿਰ ਉਹ ਡਾਕਟਰ ਫੀਸ ਆਪਣਾ ਮਤਲਬ ਘੜੀ ਦੀ ਸੂਈ ਦੇਖ ਕੇ ਪੇਸ਼ੈਂਟਸ ਨੂੰ ਨਹੀਂ ਚੈੱਕ ਕਰਦੇ ਨੇ ਕਿ ਬਸ मैंने 1 ਮਿੰਟ ਦੇਖਣਾ 2 ਮਿੰਟ ਦੇਖਣਾ ਹੈ। ਜਦੋਂ ਕੰਟੈਂਟਮੈਂਟ ਆ ਜਾਂਦੀ ਹੈ ਦੈਨ ਉਹ ਹਰ ਇੱਕ ਨੂੰ ਜਿੰਨਾ ਟਾਈਮ ਚਾਹੀਦਾ ਉਹਦੀ ਪੂਰੀ ਗੱਲ ਸੁਣ ਕੇ ਉਹਨੂੰ ਉਵੇਂ ਟ੍ਰੀਟ ਕਰਦੇ ਨੇ, ਬਿਕੋਜ਼ ਦੇ ਆਰ ਬਲੈਸਡ ਵਿਦ ਅ ਵਰਚੂ ਵਿਦ ਅ ਗੋਡਲੀ ਕੁਆਲਿਟੀ ਕਿ ਉਹ ਲੋਕਾਂ ਲਈ ਇਸ ਤਰੀਕੇ ਨਾਲ ਸੇਵਾ ਕਰ ਸਕਦੇ ਨੇ। ਤੇ ਸਪੈਸ਼ਲੀ ਇਸ ਦੌਰ ਵਿੱਚ ਉਹ ਜੋ ਉਹਨਾਂ ਦਾ ਇੱਕ ਇਹ ਗੁਣ ਹੈਗਾ ਸਾਰੇ ਦੇ ਸਾਹਮਣੇ ਹੋਰ ਅੱਛੀ ਤਰ੍ਹਾਂ ਆ ਰਿਹਾ ਤੇ ਉਹ ਲੋਕਾਂ ਨੂੰ ਸਰਵ ਕਰ ਪਾ ਰਹੇ ਨੇ। ਤੇ ਆਈ ਥਿੰਕ ਇਸ ਤੋਂ ਹੋਰ ਵੀ ਲੋਕਾਂ ਨੂੰ ਸਿੱਖ ਮਿਲੇਗੀ ਕਿ ਸਿਰਫ ਇੱਕ ਲੋਕਾਂ ਨੂੰ ਜੋ ਹੁੰਦਾ ਨਾ ਕਿ ਅਸੀਂ 20 ਲੱਖ ਖਰਚ ਕਰਕੇ ਜਾਂ 50 ਲੱਖ ਖਰਚ ਕਰਕੇ ਡਾਕਟਰੀ ਕੀਤੀ ਹੈ, ਹੁਣ ਤੇ ਅਸੀਂ ਜੋ ਜਿੰਨਾ ਅਰਨ ਕਰ ਸਕਦੇ ਹਾਂ ਕਰੀਏ, ਫੀਸ ਵਧਾ ਕੇ, ਜਿਹਨੇ ਟੈਸਟ ਕਰਾ ਕੇ, ਅਨਨੈਸੈਸਰੀ ਚਾਰजेस ਨਾਲ ਤੇ ਘੱਟ ਟਾਈਮ ਦੇ ਕੇ ਮੈਕਸਿਮਮ ਪੇਸ਼ੈਂਟਸ ਦੇਖ ਲਈ। ਉਹ ਵਾਲੀ ਆਈ ਥਿੰਕ ਹੁਣ ਥਾਟ ਪ੍ਰੋਸੈਸ ਤੋਂ ਬਾਹਰ ਨਿਕਲਣਗੇ ਜਿਹੜੇ ਪੇਸ਼ੈਂਟਸ ਜੋ ਪ੍ਰਾਈਵੇਟ ਹਸਪੀਟਲਸ ਵਿੱਚ ਜਾ ਹੀ ਨਹੀਂ ਪਾਉਂਦੇ ਨੇ ਕਿਉਂਕਿ ਫੀਸ ਅਫੋਰਡ ਨਹੀਂ ਕਰ ਸਕਦੇ ਨੇ, ਉਹ ਸਿਰਫ ਗਵਰਨਮੈਂਟ ਹਸਪੀਟਲਸ ਵਿੱਚ ਲਾਈਨਾਂ ਲਗਾ ਕੇ ਖੜੇ ਹੁੰਦੇ ਨੇ। ਆਈ ਥਿੰਕ ਡਾਕਟਰਸ ਕੁਝ ਇਸ ਤਰੀਕੇ ਦੀ ਆਈ ਥਿੰਕ ਸਿਸਟਮ ਬਣੇਗਾ ਕਿ ਉਹ ਵੀ ਅੱਛੇ ਡਾਕਟਰਸ ਕੋਲ ਜਾ ਸਕਣ ਤੇ ਉਹ ਡਾਕਟਰਸ ਦੇ ਅੰਦਰ ਅਗਰ ਕੰਟੈਂਟਮੈਂਟ ਆਏਗੀ ਆਈ ਥਿੰਕ ਤਾਂ ਹੀ ਉਹ ਚੀਜ਼ ਹੋ ਪਾਏਗੀ। ਸੇਮ ਵੇ ਅਗਰ ਅਸੀਂ ਆਫਿਸਿਸ ਦੀ ਜਾਂ ਹੋਰ ਪ੍ਰੋਫੈਸ਼ਨਸ ਦੀ ਵੀ ਗੱਲ ਕਰੀਏ ਤੇ ਜੋ ਬੌਸਸ ਐਵੇਂ ਸੋਚਦੇ ਸੀ ਕਿ ਵੀ ਐਮਪਲੋਈਜ਼ ਨੂੰ ਡੋਮੀਨੇਟ ਕਰਕੇ ਰਾਤੀ 9 ਵਜੇ ਤੱਕ ਰੁਕਵਾ ਕੇ ਕੰਮ ਕਰਾ ਲਈਏ ਕਿਉਂਕਿ ਕੰਪੀਟੀਸ਼ਨ ਬਹੁਤ ਹੈਗਾ ਹੈ, ਜਾਂ ਜੋ ਐਮਪਲੋਈਜ਼ ਐਵੇਂ ਸੋਚਦੇ ਸੀ ਕਿ ਅਸੀਂ ਤੇ ਬਸ ਬਟਰਿੰਗ ਕਰਕੇ ਜਾਂ 9-10 ਵਜੇ ਤੱਕ ਕੰਮ ਕਰਕੇ ਇਨਕਰੀਮੈਂਟਸ ਲੈ ਲਈ। ਮਤਲਬ ਅਲਟੀਮੇਟ ਸਾਰੇ ਦਾ ਗੋਲ ਇਹੋ ਹੈਗਾ ਸੀ ਕਿ ਪੈਸਾ ਕਿੰਨਾ ਇਕੱਠਾ ਕਰ ਸਕਦੇ ਹਾਂ, ਮਤਲਬ ਜ਼ਰੂਰਤ ਸਪੋਜ਼ 100 ਰੁਪਏ ਦੀ ਹੈ ਲੇਕਿਨ 10,000 ਰੁਪਏ ਕਿਵੇਂ ਕਮਾ ਸਕਦੇ ਹਾਂ ਉਹਦੇ ਲਈ ਸਾਰੇ ਭੱਜ ਰਹੇ ਸੀ। I think especially in this current scenario everybody will realize ਕਿ ਉਹ ਸਿਰਫ ਪੈਸਾ ਕਮਾਣਾ, ਚੋਰੀਆਂ ਕਰਨਾ, ਵੱਡੀ ਗੱਡੀਆਂ ਲੈਣਾ, ਕੋਠੀਆਂ ਬਣਾਉਣਾ, ਵਾਹਵਾਹੀ ਕਰਨੀ ਹੀ ਸਿਰਫ ਲਾਈਫ ਦਾ ਮਕਸਦ ਨਹੀਂ ਹੈਗਾ। ਕੰਟੈਂਟਮੈਂਟ ਆ ਜਾਏ ਤੇ ਆਈ ਥਿੰਕ ਅਗਰ ਬੰਦਾ ਬਹੁਤ ਥੋੜਾ ਵੀ ਕਮਾ ਰਿਹਾ ਹੈ ਲੇਕਿਨ ਇੱਕ ਪੇਸ਼ੈਂਸ ਨਾਲ ਕਮਾ ਰਿਹਾ ਹੈ, ਲਾਈਫ ਨੂੰ ਅੱਛੇ ਤਰੀਕੇ ਨਾਲ ਰੈਲਿਸ਼ ਕਰ ਪਾ ਰਿਹਾ ਹੈ ਵਿਦ ਰਾਈਟ ਵਰਚੂਜ਼, ਗੋਡਲੀ ਕੁਆਲਿਟੀਜ਼, ਤੇ ਆਈ ਥਿੰਕ ਨਥਿੰਗ ਇਜ਼ ਬੈਟਰ ਦੈਨ ਦੈਟ। So this is a humble sharing. Once we are out of this rat race, this game of capitalism, materialistic success, वो एक बारी आई थिंक बहुत कहने में बहुत छोटी गल लगती है लेकिन अगर क्लिक हो जाए ना एक बारी ਮੈਨੂੰ लगता है ਤੇ ਲਾਈਫ ਬਹੁਤ ਚੇਂਜ ਹੋ ਸਕਦੀ ਹੈ। ਤੇ ਗੱਲਾਂ ਤੋਂ ਉੱਪਰ ਐਕਚੁਅਲੀ ਅਸੀਂ ਉਹਨੂੰ ਲਿਵ ਵੀ ਕਰ ਸਕਦੇ ਹਾਂ, ਜੀ ਵੀ ਸਕਦੇ ਹਾਂ ਮੈਨੂੰ ਲੱਗਦਾ ਹੈ। ਥੈਂਕ ਯੂ ਸੋ ਮਚ ਵੀਰ ਜੀ ਐਂਡ ਥੈਂਕ ਯੂ एवरीवन। ਥੈਂਕ ਯੂ ਅਮਨ ਵੀਰ। ਹਰਦੀਪ ਜੀ ਗ੍ਰੇਟ ਸ਼ੇਅਰਿੰਗ, ਸੋ ਨਾਈਸ ਆਫ ਯੂ, ਥੈਂਕਸ ਜੀ। ਥੈਂਕ ਯੂ ਸੋ ਮਚ ਵੀਰ ਜੀ। ਹਾਂਜੀ ਅਮਨਦੀਪ ਤੇ ਬਹੁਤ ਧੰਨਵਾਦੀ ਹਾਂ। ਐਕਚੁਅਲੀ ਵੀ ਆਰ ਸ਼ਾਰਟ ਆਫ ਟਾਈਮ ਐਂਡ ਵੀ ਆਰ ਸਟਿਲ ਮੈਨੀ ਕੁਐਸਚਨਸ ਟੂ ਟੇਕ, ਸੋ ਦੇਰ ਇਜ਼ ਵਨ ਲਾਸਟ ਕੁਐਸਚਨ ਇਫ ਵੀਰ ਜੀ ਕੈਨ ਟੇਕ ਐਂਡ ਦੈਨ ਜਿਹੜੇ ਲੋਕ ਅੱਜ ਨਹੀਂ ਸਾਡੇ ਨਾਲ ਸ਼ੇਅਰਿੰਗ ਕਰ ਪਾਏ ਨੇ ਅਸੀਂ ਉਹਨਾਂ ਨਾਲ ਖਿਮਾ ਦੇ ਜਾਚਕ ਹਾਂ ਤੇ ਜਿਹੜੇ ਸਾਡੇ ਨਾਲ ਅੱਜ ਲਾਈਵ ਨਹੀਂ ਆ ਪਏ ਉਹਨਾਂ ਵਾਸਤੇ ਵੀ ਅਸੀਂ ਵੀ ਆਰ ਰੀਅਲੀ ਸੌਰੀ। ਸੋ ਬਿਫੋਰ ਆਈ ਟੇਕ ਸਾਹਿਬ's question I would like to share that ਜਿਵੇਂ ਕਿ ਸਾਰੇ ਲੋਕ ਸਾਨੂੰ ਲਿਵਿੰਗ ਕੇਅਰ ਨੂੰ ਡਿਫਰੈਂਟ ਟਾਈਮਸ ਤੇ ਫਾਈਨੈਂਸ਼ਲੀ ਸਪੋਰਟ ਕਰਦੇ ਨੇ ਡਿਸਪੈਂਸਰੀ ਵਾਸਤੇ, ਔਰ ਅਸੀਂ ਹੁਣ ਇਹਨਾਂ ਦਿਨਾਂ ਵਿੱਚ ਵੀ ਅਮਨ ਵੀਰ ਜੀ ਹੈਗੇ ਨੇ, ਹੋਰ ਬੜੇ ਸਾਰੇ ਲੋਕੀ ਨੇ ਜਿਹੜੇ ਅਸੀਂ ਲੋਕਾਂ ਨਾਲ ਜਾ ਕੇ ਕੁਝ ਵੀ ਖਾਣ ਦਾ ਸਮਾਨ ਜਾਂ ਜੋ ਕੁਝ ਵੀ ਹੈ ਉਹ ਅਸੀਂ ਸ਼ੇਅਰ ਕਰ ਪਾ ਰਹੇ ਹਾਂ। ਪਲੱਸ ਵੀਰ ਜੀ ਦੇ ਪ੍ਰੋਗਰਾਮ ਵੀ ਆਨਲਾਈਨ ਅਸੀਂ ਅਪਲੋਡ ਕਰਦੇ ਹਾਂ। ਸੋ ਪਲੀਜ਼ ਇਫ ਯੂ ਗਾਇਜ਼ ਕੈਨ ਸਟਿਲ ਕੀਪ ਔਨ sharing your funding support with us as much as you can during these times also, we would be really thankful to you for that. You can share your deposits through online deposits as well, or you can call Harpreet Veer or Jujar Veer to take the support on that. ਤੇ ਮੈਂ ਇਸ ਦੇ ਨਾਲ ਅਸੀਂ ਸਾਹਿਬ ਵੀਰ ਜੀ ਨੇ ਕੁਐਸਚਨ ਪੁੱਛਿਆ ਵੀਰ ਜੀ ਕਿ is there a God? If there is, why he is letting this pandemic happen? ਦੇਖੋ ਜਿਹੜਾ ਕੁਦਰਤ ਦਾ ਨਿਯਮ ਹੈ ਨਾ ਜੀ ਜੀ, ਕੁਦਰਤ ਦੇ ਨਿਯਮ ਵਿੱਚ ਹੋ ਰਿਹਾ। ਅਸੀਂ ਇਹ ਸ੍ਰਿਸ਼ਟੀ ਦੇ ਬਾਹਰ ਕੋਈ ਬੈਠਾ ਹੋਇਆ ਗੋਡ ਹੈ ਜੋ ਇਹ ਹੈਪਨ ਹੋਣ ਦੇ ਰਿਹਾ ਹੈ। ਅਸੀਂ ਉਸ ਗੋਡ ਨੂੰ ਨਾ ਜਾਣਦੇ ਹਾਂ ਨਾ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ। करेक्ट राइट। तो कुदरत दे नियम विच
ਇਹ ਚੀਜ਼ਾਂ ਵਾਪਰਦੀਆਂ ਨੇ, ਇਹਦਾ ਬਲੇਮ ਗੋਡ ਤੇ ਅਸੀਂ ਨਹੀਂ ਲਗਾਉਂਦੇ ਹਾਂ। ਰਾਦਰ ਅਸੀਂ ਇਹ ਸਿੱਖਣਾ ਹੈ ਕਿ ਮੇਰੇ ਮਨ ਨੂੰ ਪੈਂਡੈਮਿਕ ਨਾ ਹੋ ਜਾਏ, ਮੇਰੇ ਮਨ ਚੋਂ ਇਨਸਾਨੀਅਤ ਨਾ ਨਿਕਲ ਜਾਏ। ਜੇ ਮੇਰੇ ਮਨ ਨੂੰ ਕਰੋਨਾ ਲੱਗ ਗਿਆ ਨਾ ਤਾਂ ਬਹੁਤ ਗੜਬੜ ਹੋ ਜਾਏਗੀ। ਅਸੀਂ ਧਰਮ ਚੋਂ ਇਹ ਸਿੱਖਣਾ ਹੈ। ਅਸੀਂ ਧਰਮ ਚੋਂ ਇਹ ਨਹੀਂ ਸਿੱਖਣਾ ਕਿ ਉੱਤੇ ਬੈਠਾ ਕੋਈ ਰੱਬ ਹੈ, ਉਹ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਪੈਂਡੈਮਿਕ ਕਰਾਂਦਾ ਹੈ, ਉਹ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਇੱਕ ਦੇਸ਼ ਨੂੰ ਦੂਜੇ ਦੇਸ਼ ਨਾਲ ਲੜਾਉਂਦਾ ਹੈ, ਉਹ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਕਿਸੇ ਇਸਤਰੀ ਦੀ ਪੱਤ ਲੁਟਵਾ ਦਿੰਦਾ ਹੈ, ਉਹ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਕਿਸੇ ਨੂੰ ਜਮਾ ਦਿੰਦਾ ਹੈ, ਕਿਸੇ ਨੂੰ ਮਾਰ ਦਿੰਦਾ ਹੈ। ਇਸ ਕਿਸਮ ਦਾ ਰੱਬ ਗੁਰਮਤ ਕਨਸੈਪਟ ਵਿੱਚ ਹੈ ਨਹੀਂ ਹੈ। ਗੁਰਮਤ ਕਨਸੈਪਟ ਹੈ laws of nature is the will of God, and ultimately ਤੈਨੂੰ ਆਪਣੇ ਅੰਦਰ ਦਾ ਗੋਡ ਸਮਝਣਾ ਹੈ। ਉਹ ਵਾਲਾ ਗੋਡ ਕੰਟੈਂਟਮੈਂਟ ਹੈ। ਜੇ ਅੱਜ ਦੇ ਟੌਪਿਕ ਨੂੰ ਅਸੀਂ ਬਾਹਰ ਦੀ ਸ੍ਰਿਸ਼ਟੀ ਨਾਲ ਜੋੜੀਏ ਤੇ ਬਾਹਰਲੀ ਸ੍ਰਿਸ਼ਟੀ ਵਿੱਚ ਸਾਰੇ ਮਨੁੱਖਾਂ ਵਾਸਤੇ ਆਕਸੀਜਨ ਹੈ, ਸਾਰੇ ਮਨੁੱਖਾਂ ਵਾਸਤੇ ਸੂਰਜ ਚੜ੍ਹਦਾ ਹੈ, ਸਾਰੇ ਮਨੁੱਖਾਂ ਵਾਸਤੇ ਬੱਦਲ ਹੈ, ਬਾਰਿਸ਼ ਹੈ, ਸਾਰੇ ਮਨੁੱਖਾਂ ਵਾਸਤੇ ਚਾਂਦ ਹੈ। ਤਾਂ ਅਸੀਂ ਜੇ ਆਪਣੇ ਅੰਦਰ ਦੇ ਚਾਂਦ, ਸੂਰਜ ਔਰ ਆਪਣੇ ਅੰਦਰ ਦੇ ਸਾਰੇ ਗੁਣਾਂ ਨੂੰ ਦੇਖਾਂਗੇ ਤਾਂ ਸਾਨੂੰ ਜਿਸ ਤਰ੍ਹਾਂ ਬਾਹਰ ਬਿਨਾਂ ਵਿਤਕਰੇ ਤੋਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਮੀਰ ਗਰੀਬ ਦੇ ਵਿਤਕਰੇ ਤੋਂ, ਤੇਰੇ ਮੇਰੇ ਤੋਂ, ਦੇਸੀ ਪਰਦੇਸੀ ਦੇ ਵਿਤਕਰੇ ਤੋਂ ਬਗੈਰ ਸਾਰਿਆਂ ਵਾਸਤੇ ਸਭ ਕੁਝ ਹੈ ਨਾ, ਇੰਜ ਅਸੀਂ ਆਪਣੇ ਅੰਦਰ ਦੇ ਵਾਸਤੇ ਜੀਣਾ ਹੈ। ਗੋਡ ਉੱਤੇ ਕੋਈ ਬਲੇਮ ਨਹੀਂ ਲਗਾ ਸਕਦੇ। ਥੈਂਕ ਯੂ ਵੀਰ ਜੀ। ਜੀ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਅਗੇਨ ਆਲਸੋ ਟੁਡੇ ਆਈ ਵਾਸ ਟਾਕਿੰਗ ਟੂ ਸਮਵਨ ਇਨ ਆ ਕਲੋਨੀ ਆਲਸੋ ਆਈ ਸੈਡ ਕਿ ਜੇ ਫਰਜ਼ ਕਰੋ 1 ਮਿੰਟ ਵਾਸਤੇ ਅਸੀਂ ਜਾਣੇ ਬਜ਼ਾਨੇ ਮੰਨ ਵੀ ਲਈਏ ਕਿ ਇਹ ਸਾਰਾ ਕੁਝ ਰੱਬ ਕਰਵਾਉਂਦਾ ਹੈ, ਸੋ ਆਈ ਵਾਸ ਆਸਕਿੰਗ them ਕਿ ਜਿਹੜੇ ਲੋਕ ਸਫਰ ਕਰ ਰਹੇ ਨੇ, ਉਹ ਵਿਚਾਰਾ ਜਿਹੜੀ ਪੂਰੇ ਦਿਨ ਦਿਆਨਤਦਾਰੀ ਦੇ ਨਾਲ ਰੋਟੀ ਕਮਾਉਂਦਾ ਹੈ, ਆਪਣੇ ਬੱਚਿਆਂ ਦਾ ਪੇਟ ਪਾਲਦਾ ਹੈ, ਸਫਰ ਤੇ ਸਭ ਤੋਂ ਜ਼ਿਆਦਾ ਉਹ ਕਰ ਰਹੇ ਨੇ। ਸੋ ਸਾਨੂੰ ਇਸ ਬਾਰੇ ਸੋਚ ਹੀ ਨਹੀਂ ਆ ਰਹੀ ਹੈ ਕਿ ਵੀ ਐਕਚੁਅਲ ਦੇ ਵਿੱਚ ਜਿਹੜੀ ਲੋਕ ਇਸ ਸਫਰਿੰਗ ਦੇ ਨਾਲ ਸਫਰ ਹੋ ਰਹੇ ਨੇ, ਉਹਨਾਂ ਨੇ ਤਾਂ ਕੋਈ ਵੀ ਇਹੋ ਜਿਹਾ ਕੋਈ ਸੋ ਕਾਲਡ ਮਾੜਾ ਕੰਮ ਨਹੀਂ ਕੀਤਾ ਜਿਹਨੂੰ ਅਸੀਂ ਮਾੜੇ ਕੰਮ ਦੀ ਰੇਂਜ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਲੈ ਕੇ ਆਉਂਦੇ ਹਾਂ। ਸੋ ਆਈ ਥਿੰਕ ਇਹ ਸਾਡਾ ਇੱਕ ਇਗਨੋਰਡ ਨੋਸ਼ਨ ਹੀ ਹੈ ਜਿਹਦੇ ਵਿੱਚ ਅਸੀਂ ਸਾਰਾ ਕੁਝ ਰੱਬ ਦੇ ਉੱਤੇ ਮੜ ਦਿੰਦੇ ਹਾਂ। ਯੈਸ। ਸੋ ਅਸੀਂ ਇਹਨਾਂ ਸਾਰੀਆਂ ਗੱਲਾਂ ਨਾਲ ਹੀ ਖਿਮਾ ਦੇ ਜਾਚਕ ਹਾਂ ਤੇ once again we are really sorry I am seeing hands from Jaspal Veer ji, Satish ji, they want to share ਤੇ ਅਸੀਂ ਇੱਕ ਵਾਰੀ ਫਿਰ ਵੀਰ ਜੀ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣਾ ਇਹ ਟਾਈਮ ਕੱਢਿਆ ਤੇ ਸਾਡੇ ਨਾਲ ਕੰਟੈਂਟਮੈਂਟ ਦੇ ਬਾਰੇ ਇੰਨੀ ਕੀਮਤੀ ਸ਼ੇਅਰਿੰਗ ਕੀਤੀ। ਇਹ ਸਾਰਾ ਪ੍ਰੋਗਰਾਮ ਬਹੁਤ ਜਲਦੀ YouTube ਤੇ ਪਾ ਦਿੱਤਾ ਜਾਏਗਾ। ਨੈਕਸਟ ਵੀਕ ਦਾ ਟੌਪਿਕ ਵੀ ਤੁਹਾਡੇ ਨਾਲ ਸ਼ੇਅਰ ਕਰ ਲਿੱਤਾ ਜਾਏਗਾ ਤੇ ਤੁਸੀਂ ਵੀ ਆਪਣੇ ਜਿੰਨੇ ਵੀ ਫਰੈਂਡ ਸਰਕਲ ਦੇ ਵਿੱਚ ਇਸ ਫਰਾਈਡੇ ਕਲਾਸ ਬਾਰੇ ਸਾਰਿਆਂ ਨੂੰ ਦੱਸ ਸਕਦੇ ਹੋ ਔਰ ਜਿੰਨੀ ਵੀ ਰਿਕੁਐਸਟ ਹੈਗੀਆਂ ਨੇ ਅਸੀਂ ਉਹ ਚੈਟ ਗਰੁੱਪ ਵਿੱਚੋਂ ਲੈ ਕੇ time to time we will keep updating you. If you have any suggestions please share with us। ਤੇ ਹੋਰ ਇਹਨਾਂ ਸਾਰੀਆਂ ਗੱਲਾਂ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।